ਸਭ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ, ਆਪਾਂ ਨੂੰ ਜੋ ਮੌਕਾ ਮਿਲਿਆ। ਆਪਾਂ ਬਾਈਬਲ ਸਟੱਡੀ ਕਰ ਰਹੇ ਹਾਂ, ਬੱਚਿਆਂ ਵਿੱਚੋਂ ਸਿੱਖ ਰਹੇ ਹਾਂ। ਸਾਡੇ ਸੁਣਨ ਵਾਲਿਆਂ ਨੂੰ ਆਪ ਨੂੰ ਸਵਾਗਤ ਕਰਦੇ ਹਾਂ ਇਸ ਬਾਈਬਲ ਸਟੱਡੀ ਦੇ ਵਿੱਚ। ਇੱਕ ਸਵਾਲ ਅਸੀਂ ਕਰ ਰਹੇ ਹਾਂ, ਉਸ ਦਾ ਇਹ ਤੀਸਰੀ ਰਿਕਾਰਡਿੰਗ ਹੈ। ਵੀ ਸਵਾਲ ਆਇਆ ਸੀਗਾ ਵੀ ਆਪਣੇ ਜੋ ਪਰਮੇਸ਼ਰ ਜੋ ਇੰਨਾ ਦਿਆਲੂ ਕਿਰਪਾਲੂ ਆ ਔਰ ਪਿਆਰ ਕਰਦਾ ਹੈ, ਜਿਸ ਨੂੰ ਕਿਹਾ ਜਾਂਦਾ ਕਿ ਪਰਮੇਸ਼ਰ ਪਿਆਰ ਹੈ, ਗੋਡ ਇਜ਼ ਲਵ। ਅਤੇ ਫਿਰ ਉਹ ਦਇਆਵਾਨ ਜਿਹੜਾ ਪਰਮੇਸ਼ਰ ਹੈ, ਉਹ ਕਿਸ ਤਰ੍ਹਾਂ ਬੱਚਿਆਂ ਨੂੰ, ਔਰਤਾਂ ਨੂੰ ਕਹਿ ਸਕਦਾ ਆ ਵੀ ਉਹਨਾਂ ਨੂੰ ਮਾਰ ਦਿਓ। ਕਿਉਂਕਿ ਇਹ ਆਪਣਾ ਕਿਹਾ ਗਿਆ ਆ ਜਿਹੜਾ ਪੁਰਾਣੇ ਨੇਮ ਦੇ ਵਿੱਚ ਜੋ ਜਦੋਂ ਯਹੂਦੀਆਂ ਨੂੰ ਇਜਿਪਟ ਮਿਸਰ ਦੇ ਵਿੱਚੋਂ ਕੱਢ ਕੇ ਇਜ਼ਰਾਈਲ ਦੇ ਵਿੱਚ ਲੈ ਕੇ ਆਉਣਾ ਸੀਗਾ, ਉੱਥੇ ਜੋ ਲੋਕ ਪਹਿਲਾਂ ਰਹਿੰਦੇ ਸੀਗੇ, ਉਹ ਪਰਮੇਸ਼ਰ ਨੇ ਕਿਹਾ ਉਹਨਾਂ ਨੂੰ ਸਾਰਾ ਕੁਛ ਉੱਥੋਂ ਖਤਮ ਕਰ ਦਿਓ। ਅਤੇ ਉਹ ਕਿਸ ਤਰ੍ਹਾਂ ਕਹਿ ਸਕਦਾ ਹੈ, ਉਸ ਦੇ ਬਾਰੇ ਆਪਾਂ ਇਹ ਤੀਸਰੀ ਰਿਕਾਰਡਿੰਗ ਕਰ ਰਹੀ ਹਾਂ। ਪਿਛਲੀਆਂ ਰਿਕਾਰਡਿੰਗਸ ਦੇ ਵਿੱਚ ਆਪਾਂ ਦੇਖਿਆ ਸੀਗਾ, ਕਹਿੰਦੇ ਪਹਿਲਾਂ ਆਪਾਂ ਦੇਖਿਆ ਸੀਗਾ ਪਰਮੇਸ਼ਰ ਕਹਿੰਦਾ ਆ ਇਹ ਜਿਹੜਾ ਇਨਸਾਨ ਆ ਉਹ ਮਿੱਟੀ ਆ, ਮਿੱਟੀ ਦੀ ਤਰ੍ਹਾਂ ਆ, ਔਰ ਜਿਹੜਾ ਘੁਮਾ ਰਿਹਾ ਉਹ ਭਾਂਡੇ ਨੂੰ ਜਿਸ ਤਰ੍ਹਾਂ ਦਾ ਵੀ ਚਾਹੇ ਮਿੱਟੀ ਨੂੰ ਉਹ ਉਸ ਤਰ੍ਹਾਂ ਦਾ ਹੀ ਬਣਾ ਸਕਦਾ ਆ। ਅਤੇ ਅਸੀਂ ਇੱਕ ਤਰ੍ਹਾਂ ਮਿੱਟੀ ਦੇ ਬਰਾਬਰ ਆ ਰੱਬ ਦੇ ਸਾਹਮਣੇ, ਕਹਿੰਦਾ। ਅਤੇ ਰੱਬ ਕਹਿੰਦਾ ਤੂੰ ਕੌਣ ਹੁੰਦਾ ਪੁੱਛਣ ਵਾਲਾ। ਬਿਲਕੁਲ ਸਾਡੇ ਕੋਲ ਕੋਈ ਹੱਕ ਨਹੀਂ, ਉਹ ਸਾਡਾ ਕਰਨ ਵਾਲਾ ਸ੍ਰਿਸ਼ਟੀ ਹੈ, ਉਹਨੇ ਸਾਰਾ ਕੁਛ ਬਣਾਇਆ। ਅਸੀਂ ਤਾਂ ਉਸ ਦੀ ਇੱਕ ਕ੍ਰੀਏਸ਼ਨ ਆ, ਅਤੇ ਸਾਡੇ ਕੋਲ ਇਹੋ ਜਿਹਾ ਕੋਈ ਹੱਕ ਨਹੀਂ। ਪਰ ਇਸ ਦੇ ਬਾਵਜੂਦ ਵੀ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਆ, ਗਾਈਡ ਕਰਦਾ ਆ, ਜੋ ਕੁਛ ਰੱਬ ਕਰਦਾ ਆ ਔਰ ਕਿਉਂ ਕਰਦਾ ਆ। ਫਿਰ ਆਪਾਂ ਦੇਖਿਆ ਸੀਗਾ ਵੀ ਜਦੋਂ ਨੋਵਾ ਜਿਹੜਾ ਜਦੋਂ ਉਦੋਂ ਸਾਰੀ ਧਰਤੀ 'ਤੇ ਪਾਪ ਵੱਧ ਗਿਆ ਸੀਗਾ, ਉਸ ਨੋਵਾ ਨੇ ਸਾਰੀ ਸ੍ਰਿਸ਼ਟੀ ਨੂੰ ਜੋ ਵੀ ਜੀਵ ਜੰਤੂ ਜੋ ਵੀ ਸਾਹ ਲੈਂਦੇ ਸੀਗੇ, ਜੋ ਧਰਤੀ 'ਤੇ ਸੀਗੇ, ਉਹ ਸਭ ਨੂੰ ਖਤਮ ਕਰ ਦਿੱਤਾ। ਬਹੁਤ ਵੱਡਾ ਇੱਕ ਹੜ੍ਹ ਪਾਣੀ ਸਾਰੀ ਧਰਤੀ ਪਾਣੀ ਦੇ ਨਾਲ ਭਰ ਦਿੱਤੀ, ਔਰ ਸਿਰਫ ਅਤੇ ਸਿਰਫ ਨੋਆ ਦਾ ਪਰਿਵਾਰ ਹੀ ਬਚਿਆ ਸੀਗਾ, ਸਿਰਫ ਅਤੇ ਸਿਰਫ ਉਹ ਹੀ ਧਰਮੀ ਸੀਗਾ, ਬਾਕੀ ਸਭ ਕੁਝ ਖਤਮ ਕਰ ਦਿੱਤਾ ਸੀਗਾ। ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਜਦੋਂ ਫਿਰ ਅੱਗੇ ਏਬਰਾਹਿਮ ਨੂੰ ਰੱਬ ਨੇ ਚੁਣਿਆ ਔਰ ਉਸ ਨੂੰ ਕਿਹਾ ਬਈ ਮੈਂ ਤੈਨੂੰ ਚੁਣਿਆ, ਮੈਂ ਤੇਰੇ 'ਚੋਂ ਇੱਕ ਕੌਮ ਕੱਢਾਂਗਾ। ਔਰ ਰੱਬ ਨੇ ਉਸ ਕੌਮ ਨੂੰ ਕਿਹਾ ਇਹ ਤੂੰ ਮੇਰੀ ਚੁਣੀ ਹੋਈ ਕੌਮ ਹੋਵੇਂਗੀ, ਤੂੰ ਪਵਿੱਤਰ ਹੋਵੇਂਗੀ। ਔਰ ਰੱਬ ਨੇ ਉਸ ਵਿੱਚੋਂ ਇੱਕ ਕੌਮ ਬਣਾਉਣੀ ਸੀ। ਬਾਕੀ ਸਾਰੀ ਦੁਨੀਆ 'ਤੇ ਫਿਰ ਪਾਪ ਵਧਿਆ ਹੋਇਆ ਸੀਗਾ ਔਰ ਮੂਰਤੀ ਪੂਜਾ ਚੱਲ ਰਹੀ ਸੀ। ਰੱਬ ਨੇ ਉਹ ਇੱਕ ਏਬਰਾਹਿਮ ਨੂੰ ਅਲੱਗ ਕਰ ਲਿਆ ਔਰ ਰੱਬ ਨੇ ਉਹ ਆਪਣੇ ਏਬਰਾਹਿਮ ਨੂੰ ਚੁਣਿਆ ਔਰ ਏਬਰਾਹਿਮ ਨੇ ਉਸ ਰੱਬ 'ਤੇ ਜੀਂਦੇ ਜਾਗਦੇ ਰੱਬ 'ਤੇ ਵਿਸ਼ਵਾਸ ਕੀਤਾ। ਔਰ ਉਸ ਨੂੰ ਰੱਬ ਨੇ ਇਹ ਕਿਹਾ ਵੀ ਤੇਰੇ ਵਿੱਚੋਂ ਦੀ ਇੱਕ ਮੈਂ ਆਊਗਾ ਜਿਸ ਦੁਆਰਾ ਸਾਰੀ ਦੁਨੀਆ ਬਰਕਤ ਪਾਊਗੀ। ਸਿਰਫ ਏਬਰਾਹਿਮ ਔਰ ਉਸ ਦੀ ਸੰਤਾਨ ਹੀ ਨਹੀਂ, ਸਾਰੀ ਧਰਤੀ ਦੇ ਲੋਕ ਬਰਕਤ ਪਾਊਗੇ। ਔਰ ਉਸ ਦਾ ਮਕਸਦ ਸੀਗਾ, ਇਹ ਗੱਲ ਕਰ ਰਿਹਾ ਸੀਗਾ ਯਿਸੂ ਮਸੀਹ ਦੀ, ਜਿਸ ਦੁਆਰਾ ਸਾਰੀ ਦੁਨੀਆ ਬਰਕਤ ਪਾਊਗੀ। ਔਰ ਫਿਰ ਆਪਾਂ ਦੇਖਿਆ ਸੀਗਾ ਜਦੋਂ ਆਪਾਂ ਦੇਖਿਆ ਵੀ ਜਦੋਂ ਉਹ ਕਹਿੰਦਾ ਆਪਣੇ ਰੱਬ ਉਹ ਕਹਿੰਦਾ ਹੈਗਾ ਬਈ ਉਹ ਜਦੋਂ ਜਾਂਦਾ ਉਹ ਇਬਰਾਹਿਮ ਦੇ ਅੱਗੇ ਸੰਤਾਨ ਜਦੋਂ ਉੱਥੋਂ ਮਿਸਰ ਦੇ ਵਿੱਚੋਂ ਕੱਢ ਕੇ ਲੈ ਕੇ ਆਏ, ਉਹਨੇ ਕਿਹਾ ਵੀ ਤੁਸੀਂ ਸਾਰਾ ਕੁਛ ਉੱਥੇ ਮਾਰ ਦਿਓ ਜੋ ਜੀਵ ਜੋ ਉਸ ਆਪਣੇ ਰਹਿੰਦੇ ਹੈਗੇ ਆ। ਕਿ ਉੱਥੇ ਫਿਰ ਉਸ ਤੋਂ ਪਹਿਲਾਂ ਰੱਬ ਨੇ ਇੱਕ ਉਹਨਾਂ ਨੂੰ ਦੱਸਿਆ ਵੀ ਉੱਥੇ ਦੇ ਜਿਹੜੇ ਮੂਰਤੀ ਪੂਜਾ ਕਰਦੇ ਆ, ਜੋ ਕੁਛ ਵੀ ਕਰਦੇ ਆ, ਉਹ ਸਾਰਾ ਕੁਛ ਉਹ ਉੱਥੇ ਮਾਰ ਦਿਓ। ਕਿਉਂ ਕਰਕੇ ਕਹਿੰਦੇ ਨਹੀਂ ਤਾਂ ਤੁਸੀਂ ਉਹਨਾਂ ਦੇ ਜੋ ਪਰਮੇਸ਼ਰ ਆ ਉਸ ਤਰ੍ਹਾਂ ਤੁਹਾਨੂੰ ਉਹ ਨਹੀਂ ਸਿਖਾ ਲੈਣਾ, ਤੁਸੀਂ ਉਸ ਤਰ੍ਹਾਂ ਉਹਨਾਂ ਦੀ ਪੂਜਾ ਕਰਨ ਲੱਗ ਪੈਣਾ। ਉੱਥੇ ਇੰਨਾ ਪਾਪ ਵੱਧ ਗਿਆ ਸੀਗਾ ਕਿ ਉੱਥੇ ਉਹ ਆਪਣੇ ਬੱਚਿਆਂ ਨੂੰ ਵੀ ਬਲੀਆਂ ਚਾੜ੍ਹਦੇ ਸੀਗੇ, ਅੱਗ ਵਿੱਚ ਦੀ ਚਾੜ੍ਹਦੇ ਸੀਗੇ। ਆਪਾਂ ਇਹ ਵੀ ਦੇਖਿਆ। ਇਹ ਹੈ ਉਹ ਧਰਤੀ 'ਤੇ ਇਸ ਤਰ੍ਹਾਂ ਹੋ ਰਿਹਾ ਸੀਗਾ ਜਿੱਥੇ ਯਹੂਦੀਆਂ ਨੂੰ ਪਰਮੇਸ਼ਰ ਨੇ ਮਿਸਰ ਦੇ ਵਿੱਚੋਂ ਕੱਢ ਕੇ ਇਜ਼ਰਾਈਲ ਜਿਹੜੀ ਹੁਣ ਦੀ ਧਰਤੀ ਹੈ ਉੱਥੇ ਲੈ ਕੇ ਜਾਣਾ ਸੀਗਾ। ਉਸ ਧਰਤੀ ਦੇ ਲੋਕ ਇਹੋ ਜਿਹੇ ਕੰਮ ਕਰ ਰਹੇ ਸੀਗੇ। ਔਰ ਫਿਰ ਉਸਨੇ ਇਹ ਵੀ ਕਿਹਾ ਵੀ ਜੇ ਜਿਸ ਧਰਤੀ 'ਤੇ ਤੁਸੀਂ ਜਾਣਾ ਆ, ਆਪਾਂ ਲੇਵੀਆਂ 8 ਦੀ 24 ਅਤੇ 28 ਦੇ ਵਿੱਚ ਵੀ ਦੇਖਿਆ, ਉਹ ਕਹਿੰਦਾ ਮੈਂ ਉਹਨਾਂ ਨੂੰ ਇਸ ਕਰਕੇ ਹੁਣ ਕੱਢ ਰਿਹਾ ਪਹਿਲਾਂ ਕਿਉਂਕਿ ਉਸਨੇ ਕਿਹਾ ਸੀਗਾ ਮੈਂ ਹਾਲੇ ਇਬਰਾਹਿਮ ਨੂੰ ਕਿਹਾ ਮੈਂ ਤੈਨੂੰ ਹਾਲੇ ਨਹੀਂ ਇੱਥੇ ਲੈ ਕੇ ਜਾਣਾ, ਕਿਉਂਕਿ ਉਸ ਧਰਤੀ 'ਤੇ ਹਾਲੇ ਜਿਹੜਾ ਪਾਪ ਆ ਇੰਨਾ ਨਹੀਂ ਵਧਿਆ ਅਤੇ ਕਿ ਮੈਂ ਉਹਨਾਂ ਨੂੰ ਕੱਢ ਦੇਵਾਂ, ਉੱਥੋਂ ਬਰਬਾਦ ਕਰ ਦੇਵਾਂ।
ਵੀ ਜਦੋਂ ਹਾਲੇ ਉਹ ਫਿਰ 400 ਸਾਲ ਵੇਟ ਕਰਾਈ, ਔਰ ਇਬਰਾਹਿਮ ਦੀ ਜਿਹੜੀ ਆਉਣ ਵਾਲੀਆਂ ਨਸਲਾਂ ਸੀਗੀਆਂ ਚੌਥੀ ਪੀੜ੍ਹੀ ਤੱਕ, ਉਸ ਤੋਂ ਬਾਅਦ ਫਿਰ ਉਹ ਉੱਥੇ ਆਏ, ਲੈ ਕੇ ਆਏ। ਕਿਉਂਕਿ ਕਹਿੰਦਾ ਹਾਲੇ ਮੇਰਾ ਇਹਨਾਂ ਦਾ ਪਾਪ ਆ, ਜਿਹੜੇ ਇੱਥੇ ਜਿਹੜੇ ਲੋਕ ਆ ਉਹਨਾਂ ਦਾ ਓਨਾ ਨਹੀਂ ਵਧਿਆ। ਕਿਉਂਕਿ ਰੱਬ ਇੱਕਦਮ ਨਹੀਂ ਉਹ ਵੇਟ ਕਰਦਾ, ਬੜਾ ਸਬਰ ਵਾਲਾ ਆ। ਜਦੋਂ ਪਾਪ ਇੰਨਾ ਵੱਧ ਗਿਆ ਤਾਂ ਫਿਰ ਕਿਹਾ ਹੁਣ ਇਹਨਾਂ ਨੂੰ ਖਤਮ ਕਰਨਾ ਸਾਰਾ ਕੁਛ। ਅਤੇ ਫਿਰ ਇਹ ਰੱਬ ਨੇ ਇਹ ਕਿਹਾ, ਉਹ ਜਿਹੜੇ ਮਿਸਰ 'ਚੋਂ ਜਦੋਂ ਆਏ ਉੱਥੋਂ ਛੁਡਾ ਕੇ ਯਹੂਦੀ ਲੈ ਗਏ। ਕਹਿੰਦੇ ਲੇਵੀਆਂ 18 ਦੀ 24 ਤੇ 28 ਵਿੱਚ ਲਿਖਿਆ, ਕਹਿੰਦਾ ਜੇ ਤੁਸੀਂ ਵੀ ਉਹੋ ਜਿਹੇ ਕੰਮ ਕੀਤੇ ਤੇ ਮੈਂ ਤੁਹਾਨੂੰ ਵੀ ਉਸੇ ਤਰ੍ਹਾਂ ਹੀ ਕੱਢ ਦਾਂਗਾ, ਉਸ ਧਰਤੀ ਤੋਂ ਕੱਢ ਦਾਂਗਾ। ਰੱਬ ਕਿਸੇ ਨੂੰ ਨਹੀਂ ਬਖਸ਼ਦਾ। ਉਹ ਕਹਿੰਦਾ ਮੈਂ ਜਿੰਦਾ ਜਾਗਦਾ ਰੱਬ ਹਾਂ, ਮੇਰੇ ਨਾਲ ਗੱਲਬਾਤ ਕਰੋ, ਮੇਰੀ ਪੂਜਾ ਕਰੋ। ਝੂਠੇ ਜਿਹੜੇ ਦੇਵੀ ਦੇਵਤੇ ਜਾਂ ਆਪਣੇ ਬੁੱਤ ਆ ਬਣੇ ਉਹ ਹੈਗੇ ਆ, ਆਪੇ ਹੀ ਆਪਣੇ ਹੱਥਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੇ ਨਾਲ ਉਹਨਾਂ 'ਤੇ ਤੁਸੀਂ ਉਹਨਾਂ ਦੀ ਪੂਜਾ ਨਾ ਕਰੋ। ਫਿਰ ਕਹਿੰਦਾ ਰੱਬ, ਕਿਉਂਕਿ ਰੱਬ ਜਿਹੜਾ ਹੈਗਾ ਆ ਪਿਆਰ ਕਰਦਾ ਆ, ਅਤੇ ਨਾਲ ਉਹ ਉਸਦੇ ਨਾਲ ਉਹ ਅਣਖ ਰੱਖਣ ਵਾਲਾ ਵੀ ਹੈਗਾ ਰੱਬ। ਉਸਨੇ ਇਹ ਵੀ ਕਿਹਾ, ਆਪਾਂ ਦੇਖ ਸਕਦੇ ਹੈਗੇ ਆ, ਉਹ ਡਿਟਰੋਨਮੀ ਵਿਵਸਥਾ ਸਾਰ 4 ਦੀ 24 ਦੇ ਵਿੱਚ ਉਹ ਇਸ ਤਰ੍ਹਾਂ ਕਹਿੰਦਾ ਹੈਗਾ ਆ ਕਿ ਉਹ ਜੈਲਸ ਹੈਗਾ, ਉਹ ਈਰਖਾ ਰੱਖਣ ਵਾਲਾ ਹੈਗਾ ਆ। ਜਿੱਥੇ ਪਿਆਰ ਹੁੰਦਾ ਉੱਥੇ ਈਰਖਾ ਵੀ ਹੁੰਦੀ ਆ, ਅਤੇ ਉਹ ਭਸਮ ਕਰ ਦੇਣ ਵਾਲੀ ਆਗਿਆ ਉੱਥੇ ਆਪਾਂ ਦੇਖਿਆ ਹੈਗਾ ਹੈ ਨਾ। ਅਤੇ ਉਸ ਵਿੱਚੋਂ ਯਹੂਦੀਆਂ ਨੂੰ ਚੁਣਿਆ ਸੀਗਾ ਤਾਂ ਕਿ ਉਸ ਦੇ ਵਿੱਚੋਂ ਉਹ ਯਿਸੂ ਮਸੀਹ ਨੂੰ ਲੈ ਕੇ ਆਵੇ। ਫਿਰ ਆਪਾਂ ਦੇਖਦੇ ਹੈਗੇ ਆ, ਉਸ ਨੇ ਜਦੋਂ ਯਹੂਦੀਆਂ ਨੂੰ ਹਾਲੇ ਆਪਣੇ ਇਜ਼ਰਾਈਲ ਦੇ ਵਿੱਚ ਹੀ ਲੈ ਕੇ ਆਏ, ਰੱਬ ਨੇ ਸਾਰੀ ਉਹਨਾਂ ਨੂੰ ਵਿਵਸਥਾ ਸਿਖਾਲ ਦਿੱਤੀ, ਕਾਨੂੰਨ ਸਿਖਾਲ ਦਿੱਤੇ, ਉਹਨਾਂ ਨੂੰ ਲਿਖ ਕੇ ਦੇ ਦਿੱਤੇ। ਕਹਿੰਦੇ ਤੁਸੀਂ ਲਿਖ ਲਓ ਇਹ ਕਾਨੂੰਨ, ਕੀ ਤੁਸੀਂ ਕਰਨਾ ਆ। ਔਰ ਉਹਨਾਂ ਦੇ ਵਿੱਚ ਹੈਗੇ ਆ ਆਪਣੇ 10 ਹੁਕਮ ਵੀ ਹੈਗੇ ਆ। ਔਰ ਇਹ ਬਹੁਤ ਇਸ ਸਮੇਂ ਇਹ ਚੰਗਾ ਹੋਏਗਾ ਆਪਾਂ ਜਿਹੜੇ ਉਹਨਾਂ 10 ਹੁਕਮਾਂ ਦੇ ਵਿੱਚੋਂ ਕੁਛ ਆਪਾਂ ਜਿਹੜੇ ਹੈਗੇ ਆ ਪੜ੍ਹ ਲਈਏ, ਰੱਬ ਕੀ ਕਹਿੰਦਾ ਹੈਗਾ ਆ। ਆਪਾਂ ਕਈ ਵਾਰੀ ਇਹ ਸੋਚਦੇ ਹੈਗੇ ਆ ਵੀ ਸਾਰੇ ਧਰਮ ਇੱਕੋ ਜਿਹੇ ਹੀ ਆ, ਕੋਈ ਫਰਕ ਨਹੀਂ ਪੈਂਦਾ, ਚਾਹੇ ਮੂਰਤੀ ਪੂਜਾ ਵੀ ਕਰ ਲਓ, ਜਿਹਨੂੰ ਮਰਜ਼ੀ ਮੰਨ ਲਓ, ਰੱਬ ਤਾਂ ਇੱਕੋ ਹੀ ਆ, ਸਾਰੇ ਰਾਹ ਰੱਬ ਨੂੰ ਜਾਂਦੇ। ਇੱਥੇ ਰੱਬ ਸਾਫ਼ ਕਹਿ ਰਿਹਾ ਹੈਗਾ, ਕੀ ਕਹਿੰਦਾ ਹੈਗਾ ਆ। ਆਪਾਂ ਪੜ੍ਹਦੇ ਹੈਗੇ ਆ ਕੂਚ, ਉਹਦੀ 20 ਦੀਆਂ ਪਹਿਲੀਆਂ 6 ਆਇਤਾਂ ਪੜ੍ਹ ਲੈਣੇ ਹੈਗੇ ਆ। ਉਹਦੇ ਵਿੱਚ ਉਹ ਜਿੰਦਾ ਜਾਗਦਾ ਰੱਬ ਕੀ ਕਹਿ ਰਿਹਾ ਹੈਗਾ। ਉਹ ਕਹਿੰਦਾ ਕੂਚ ਐਕਸਡਸ 20 ਦੀਆਂ ਪਹਿਲੀਆਂ 6 ਆਇਤਾਂ ਵਿੱਚ ਲਿਖਿਆ ਹੈ, ਪਰਮੇਸ਼ਵਰ ਨੇ ਇਹ ਸਭ ਕਿਹਾ, ਮੈਂ ਹੀ ਉਹ ਪ੍ਰਭੂ ਹਾਂ ਜੋ ਤੁਹਾਨੂੰ ਮਿਸਰ ਦੀ ਗੁਲਾਮੀ ਤੋਂ ਛੁਡਾ ਕੇ ਲਿਆਇਆ ਹਾਂ। ਤੂੰ ਮੇਰੇ ਤੋਂ ਸਿਵਾ ਕਿਸੇ ਦੂਜੇ ਦੇਵਤੇ ਦੀ ਉਪਾਸਨਾ ਨਾ ਕਰਨਾ। ਤੂੰ ਆਪਣੇ ਲਈ ਨਾ ਕੋਈ ਘੜੀ ਮੂਰਤ, ਨਾ ਹੀ ਕਿਸੇ ਚੀਜ਼ ਦੀ ਸੂਰਤ ਜੋ ਉੱਤੇ ਆਕਾਸ਼ ਦੇ ਹੋਵੇ ਜਾਂ ਧਰਤੀ ਦੇ ਹੇਠ ਜਾਂ ਪਾਣੀਆਂ ਦੇ ਅੰਦਰ ਹੋਵੇ ਬਣਾਉਣਾ। ਤੂੰ ਉਹਨਾਂ ਨੂੰ ਬਣਾ ਕੇ ਉਹਨਾਂ ਅੱਗੇ ਮੱਥਾ ਨਾ ਟੇਕਣਾ, ਕਿਉਂਕਿ ਮੈਂ ਈਰਖਾ ਕਰਨ ਵਾਲਾ ਪਰਮੇਸ਼ਰ ਹਾਂ। ਮੈਂ ਉਹਨਾਂ ਤੋਂ ਜੋ ਮੈਨੂੰ ਘਿਰਣਾ ਕਰਦੇ ਹਨ ਅਤੇ ਮੇਰੇ ਵਿਰੁੱਧ ਅਪਰਾਧ ਕਰਦੇ ਹਨ, ਉਹਨਾਂ ਦੇ ਬੱਚਿਆਂ ਤੋਂ ਬਦਲਾ ਲੈਂਦਾ ਹਾਂ। ਇੱਥੇ ਬੱਚਿਆਂ ਤੱਕ ਬਦਲਾ ਲੈਂਦਾ ਹੈ। ਉਹ ਬੱਚਿਆਂ ਨੂੰ ਵੀ, ਤਾਂ ਕਿ ਉਸ ਨੂੰ ਆਪਾਂ ਕਿਹਾ, ਉਸਨੇ ਇੱਕ ਇਹ ਵੀ ਕਾਰਨ ਸੀਗਾ ਕਿ ਬੱਚਿਆਂ ਨੂੰ ਵੀ ਖਤਮ ਕਰ ਦਿਓ। ਉੱਥੇ ਇਹ ਪਾਪ ਹੋ ਰਿਹਾ ਸੀਗਾ, ਇੱਥੋਂ ਤੱਕ ਕਿ ਉਹਨਾਂ ਦੀ ਤੀਜੀਆਂ ਚੌਥੀਆਂ ਪੀੜ੍ਹੀਆਂ ਕੋਲੋਂ ਤੱਕ, ਇੱਥੇ ਤੱਕ ਰੱਬ ਇੰਨੀ ਅਣਖ ਰੱਖਣ ਵਾਲਾ ਰੱਬ ਆ, ਇੰਨੀ ਉਹ ਵਾਰਨਿੰਗ ਦਿੰਦਾ ਆ। ਫਿਰ ਕਹਿੰਦਾ ਹੈਗਾ ਆ, ਪਰ ਉਹਨਾਂ ਹਜ਼ਾਰਾਂ 'ਤੇ ਆਪਣੀ ਦਇਆ ਕਰਦਾ ਹਾਂ ਜੋ ਮੈਨੂੰ ਪਿਆਰ ਕਰਦੇ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਦੇ ਹਨ। ਫਿਰ ਉਹਨੂੰ ਹਜ਼ਾਰਾਂ ਪੀੜ੍ਹੀਆਂ ਤੱਕ ਵੀ ਉਹਨਾਂ ਨਾਲ ਉਹ ਦਇਆ ਕਰਦਾ ਹੈਗਾ, ਹਾਂਜੀ, ਉਹਨਾਂ ਨਾਲ ਪਿਆਰ ਕਰਦਾ ਹੈਗਾ ਆ। ਅਤੇ ਇੱਥੋਂ ਤੱਕ ਇਹ ਰੱਬ ਇਸ ਤਰ੍ਹਾਂ ਦੱਸਦਾ ਹੈਗਾ। ਅਤੇ ਫਿਰ ਆਪਾਂ ਇਹਦੀ ਹੀ ਕੂਸ਼ ਦੀ 19 ਦੀ 5 ਤੇ 6 ਆਇਤਾਂ ਵੀ ਪੜ੍ਹਦੇ ਨੇ ਹੈਗੇ ਆ। ਉਹਦੇ ਵਿੱਚ ਲਿਖਿਆ 19 ਦੀ 5 ਤੇ 6 ਕੂਸ਼ ਦੀ, ਉਹਦੇ ਵਿੱਚ ਇੱਥੇ ਰੱਬ ਦੱਸਦਾ ਹੈਗਾ ਆ, ਹੁਣ ਜੇਕਰ ਤੁਸੀਂ ਮੇਰੇ ਨੇਮ ਦੀ ਪਾਲਣਾ ਕਰੋਗੇ ਅਤੇ ਮੇਰੀ ਆਵਾਜ਼ ਸੁਣੋਗੇ ਤਾਂ ਤੁਸੀਂ ਮੇਰੇ ਖਾਸ ਚੁਣੇ ਹੋਏ ਲੋਕ ਠਹਿਰੋਗੇ। ਰੱਬ ਕਹਿੰਦਾ ਜੇ ਤੁਸੀਂ ਮੇਰੀ ਆਵਾਜ਼ ਸੁਣੋਗੇ, ਮੇਰੇ ਨਿਯਮਾਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਮੇਰੇ ਖਾਸ ਚੁਣੇ ਹੋਏ ਲੋਕ ਠਹਿਰੋਗੇ। ਰੱਬ ਨੇ ਪਰਮੇਸ਼ਰ ਨੂੰ ਕਿਹਾ, ਪਰਮੇਸ਼ਰ ਨੇ ਇਬਰਾਹਿਮ ਨੂੰ ਕਿਹਾ ਸੀ ਮੇਰੀ ਚੁਣੇ ਹੋਏ ਆ, ਪਰ ਉਹਦੇ ਲਈ ਸ਼ਰਤ ਆ, ਇੱਦਾਂ ਨਹੀਂ ਚੁਣੇ ਹੋਏ ਤਾਂ ਜੋ ਮਰਜ਼ੀ ਕਰੀ ਜਾਓ, ਚੁਣੇ ਹੋਏ ਆ। ਉਹ ਆਗਿਆਵਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਆ। ਬੇਸ਼ੱਕ ਕਹਿੰਦਾ, ਬੇਸ਼ੱਕ ਸਭ ਧਰਤੀ ਵਾਸੀ ਮੇਰੇ ਹੀ ਹਨ, ਪਰ ਮੈਂ ਕਹਿੰਦਾ ਤੁਸੀਂ ਮੇਰੇ ਖਾਸ ਚੁਣੇ ਹੋਏ ਲੋਕ ਹਨ ਜੀ।
ਪਰ ਤੁਸੀਂ ਮੇਰੇ ਲਈ ਇੱਕ ਪਵਿੱਤਰ ਕੌਮ ਤੇ ਸ਼ਾਹੀ ਪੁਰੋਹਿਤ ਠਹਿਰੋਗੇ। ਸੋ ਇਹ ਸਭ ਗੱਲਾਂ ਨੂੰ ਇਜ਼ਰਾਈਲੀ ਲੋਕਾਂ ਨੂੰ ਕਹਿ। ਤੂੰ ਕਹਿੰਦਾ ਉਹ ਇੱਥੇ ਇਹ ਗੱਲ ਕਰ ਰਿਹਾ ਹੈਗਾ ਆ, ਪਰਮੇਸ਼ਰ ਮੂਸਾ ਦੇ ਥਰੂ, ਮੋਜ਼ਸ ਦੇ ਥਰੂ ਕਹਿ ਰਿਹਾ, ਤੂੰ ਇਹ ਇਜ਼ਰਾਈਲੀ ਲੋਕਾਂ ਨੂੰ ਕਹਿ, ਤੁਸੀਂ ਮੇਰੇ ਲਈ ਪਵਿੱਤਰ ਠਹਿਰੋਗੇ, ਚੁਣੇ ਹੋਏ ਲੋਕ ਹੋ। ਹਾਂਜੀ, ਉਹ ਸਾਫ਼ ਸਾਫ਼ ਇੱਥੇ ਕਹਿ ਰਿਹਾ ਹੈਗਾ ਆ। ਔਰ ਕਿਉਂਕਿ ਉਸ ਵਿੱਚੋਂ ਪਵਿੱਤਰ, ਉਸ ਵਿੱਚੋਂ ਕਿਉਂਕਿ ਰੱਬ ਦਾ ਕੰਮ ਹੈ ਸੈਲਵੇਸ਼ਨ ਦਾ, ਉਸ ਦਾ ਮਕਸਦ ਹੈਗਾ ਸੈਲਵੇਸ਼ਨ, ਉਹ ਮੁਕਤੀ ਦਾਤਾ ਲੈ ਕੇ ਆਉਣਾ। ਔਰ ਇਸ ਕਰਕੇ ਉਹ ਰੱਬ ਉੱਥੇ ਦੱਸ ਰਿਹਾ ਹੈਗਾ ਆ ਵੀ ਤੁਸੀਂ ਚੁਣੇ ਹੋਏ ਲੋਕ ਆ, ਔਰ ਤੁਹਾਡੇ ਵਿੱਚੋਂ ਮੁਕਤੀ ਦਾਤਾ ਲੈ ਕੇ ਆਉਣਾ ਆ। ਔਰ ਤੁਸੀਂ ਇਹੋ ਜਿਹਾ ਕੁਛ ਨਹੀਂ ਕਰਨਾ ਜਿਹੜਾ ਰੱਬ ਈਰਖਾ ਕਰੇ ਅਤੇ ਤੁਹਾਨੂੰ ਰੱਬ ਬਰਬਾਦ ਕਰੇ, ਤੁਹਾਨੂੰ ਨੁਕਸਾਨ ਪਹੁੰਚਾਵੇ। ਔਰ ਉਸਦੇ ਆਪਣਾ ਤੁਸੀਂ ਉਸਦੀ ਪਾਲਣਾ ਕਰਨਾ, ਉਸਦੀ ਹੁਕਮਾਂ ਦੀ। ਔਰ ਫਿਰ ਅੱਗੇ ਆਪਾਂ ਇਹ ਦੇਖਦੇ ਹੈਗੇ ਹਾਂ ਇਜ਼ਾਇਆ ਦੇ ਵਿੱਚ ਕੀ ਕਹਿ ਰਿਹਾ, ਜਦੋਂ ਕਿ ਇਜ਼ਰਾਈਲ ਨੇ ਵੀ ਪਾਪ ਕਰਦਾ, ਆਪਾਂ ਸਿਰਫ ਇਹ ਸੱਚੇ ਰੱਬ ਦੀ ਗੱਲ ਕਰਦੇ ਹਾਂ ਕੀ ਕਰਦਾ। ਇੱਥੇ 9 ਦੀਆਂ ਆਪਣੇ ਇਜ਼ਾਇਆ 44 ਦੀਆਂ 9 ਤੋਂ 20 ਆਇਤ ਦੇ ਵਿੱਚ ਲਿਖਿਆ ਹੈਗਾ ਆ। ਇਹਦੇ ਵਿੱਚ ਲਿਖਿਆ ਬੁੱਤਾਂ ਦੀ ਪੂਜਾ ਵਿਅਰਥ ਹੈ। ਹਾਂਜੀ, ਉਹ ਸਭ ਬੁੱਤ ਘੜੇ ਅਤੇ ਬਹੁਤ ਵਿਅਰਥ ਹਨ। ਜੋ ਲੋਕ ਇਹਨਾਂ ਬੁੱਤਾਂ ਅਰਥਾਤ ਦੇਵਤਿਆਂ ਦੀ ਪੂਜਾ ਕਰਦੇ ਹਨ ਉਹ ਅੰਨੇ ਅਤੇ ਅਗਿਆਨੀ ਹਨ। ਉਹ ਅਪਮਾਨ ਕੀਤੇ ਜਾਣਗੇ, ਉਹ ਅਪਮਾਨ ਕੀਤੇ ਜਾਣਗੇ, ਉਹਨਾਂ ਦਾ ਨਿਰਾਦਰ ਹੋਵੇਗਾ। ਲੋਕਾਂ ਦਾ ਗੱਲ ਕਰ ਰਿਹਾ। ਕਿਸੇ ਧਾਤ ਦੀ ਮੂਰਤ ਬਣਾ ਕੇ ਉਸ ਦੀ ਪੂਜਾ ਕਰਨ ਨਾਲ ਕੋਈ ਲਾਭ ਨਹੀਂ ਹੈ। ਹਰ ਕੋਈ ਜੋ ਬੁੱਤਾਂ ਦੀ ਪੂਜਾ ਕਰਦਾ ਹੈ ਉਸ ਨੂੰ ਸ਼ਰਮਿੰਦਾ ਹੋਣਾ ਪਵੇਗਾ। ਉਹਨਾਂ ਬੁੱਤਾਂ ਦੇ ਬਣਾਉਣ ਵਾਲੇ ਅਮੀਰ ਵਾਲੇ ਆਖਰ ਆਦਮੀ ਹੀ ਤਾਂ ਹਨ ਕਿ ਉਹ ਹੋਰ ਕੁਝ ਨਹੀਂ। ਹਾਂਜੀ, ਇੱਥੇ ਅੱਗੇ ਸਾਰਾ ਪੜ੍ਹਨਾ ਤਾਂ ਆਪਣਾ ਕੋਈ ਇੰਨਾ ਸਮਾਂ ਨਹੀਂ ਹੈਗਾ। ਮਤਲਬ ਇਹ ਰੱਬ ਇੰਨੀ ਘਿਰਨਾ ਕਰਦਾ ਹੈਗਾ ਆ ਜਿਹੜੇ ਲੋਕ ਬੁੱਤਾਂ ਦੀ ਪੂਜਾ ਕਰਦੇ ਹੈਗੇ ਆ। ਅਤੇ ਫਿਰ ਅੱਗੇ ਆਪਾਂ ਦੇਖਦੇ ਹੈਗੇ ਹਾਂ ਪਰ ਇਜ਼ਰਾਈਲ ਤੋਂ ਵੀ ਪਾਪ ਹੋ ਗਿਆ। ਔਰ ਇਜ਼ਰਾਈਲ ਨੇ ਉਹਨਾਂ ਲੋਕਾਂ ਜਿਨ੍ਹਾਂ ਤੋਂ ਰੱਬ ਨੂੰ ਕਿਹਾ ਸੀਗਾ ਤੁਸੀਂ ਉਹਨਾਂ ਦੇ ਮਗਰ ਨਾ ਲੱਗਿਓ, ਉਹਨਾਂ ਜਿੱਦਾਂ ਉਹ ਮੂਰਤੀਆਂ ਪੂਜਾ ਕਰਦੇ ਆ, ਗਲਤ ਕੰਮ ਕਰਦੇ ਆ, ਔਰ ਉਹ ਇਜ਼ਰਾਈਲ ਤੋਂ ਹੋ ਗਿਆ। ਔਰ ਫਿਰ ਆਪਾਂ ਇਹ ਦੇਖ ਸਕਦੇ ਹੈਗੇ ਹਾਂ ਸੋਲੋਮਨ ਨੇ ਵੀ ਕੀਤਾ ਹੈਗਾ ਉਹ, ਅਤੇ ਆਪਾਂ ਉਹ ਦੇਖ ਸਕਦੇ ਹੈਗੇ ਹਾਂ ਪਹਿਲਾ ਰਾਜੇ ਦੇ ਵਿੱਚ ਦੇਖਦੇ ਹੈਗੇ ਹਾਂ 11 ਦੇ ਵਿੱਚ, ਪਹਿਲੇ ਰਾਜਾ 11 ਦੀ ਆਪਾਂ ਪਹਿਲੀਆਂ 6 ਆਇਤਾਂ ਵਿੱਚ ਦੇਖਦੇ ਹਾਂ। ਉਹਦੇ ਵਿੱਚ ਕੀ ਲਿਖਿਆ ਹੈ, ਪਹਿਲਾ ਰਾਜੇ 11 ਦੇ ਵਿੱਚ ਲਿਖਿਆ ਹੈ, ਰਾਜਾ ਸੁਲੇਮਾਨ ਬਹੁਤ ਸਾਰੀਆਂ ਪਰਾਈਆਂ ਜਾਤਾਂ ਦੀਆਂ ਔਰਤਾਂ ਨਾਲ ਪਿਆਰ ਕਰਨ ਲੱਗਾ। ਉਸ ਨੇ ਮਿਸਰ ਦੇ ਰਾਜਾ ਫਿਰੌਨ ਦੀ ਧੀ ਤੋਂ ਇਲਾਵਾ ਮੁਆਬੀ, ਅਮੋਦੀ ਆਪਾਂ ਸਾਰੇ ਔਰਤਾਂ ਨਾਲ ਵਿਆਹ ਕੀਤਾ। ਪਰ ਪ੍ਰਭੂ ਨੇ ਇਜ਼ਰਾਈਲ ਨੂੰ ਆਗਿਆ ਦਿੱਤੀ ਸੀ ਕਿ ਤੂੰ ਇਹਨਾਂ ਪਰਾਈਆਂ ਕੌਮਾਂ ਨਾਲ ਆਪਣੀ ਧੀਆਂ ਪੁੱਤਰਾਂ ਦੇ ਵਿਆਹ ਨਾ ਕਰਨਾ, ਕਿਉਂਕਿ ਉਹਨਾਂ ਦੇ ਦੁਆਰਾ ਤੁਸੀਂ ਪਰਾਏ ਦੇਵਤਿਆਂ ਦੇ ਪਿੱਛੇ ਲੱਗ ਕੇ ਕੁਰਾਹੇ ਪੈ ਜਾਓਗੇ। ਕਿਉਂਕਿ ਤੁਸੀਂ ਉਹਨਾਂ ਦੇ ਪਿੱਛੇ ਲੱਗ ਕੇ ਜੇ ਵਿਆਹ ਕਰਾਓਗੇ, ਪਰਾਏ ਜਿਹੜੇ ਝੂਠੇ ਦੇਵੀ ਦੇਵਤੇ ਆ ਉਹਨਾਂ ਦੇ ਪਿੱਛੇ ਤੁਸੀਂ ਕੁਰਾਹੇ ਪੈ ਜਾਓਗੇ, ਉਸ ਪਾਸੇ ਲੱਗ ਜਾਓਗੇ। ਸੁਲੇਮਾਨ ਨੇ ਇਸ ਦੇ ਉਲਟ 700 ਪਰਾਈਆਂ ਰਾਜਕੁਮਾਰੀਆਂ ਨਾਲ ਵਿਆਹ ਕੀਤਾ, ਅਤੇ ਉਹਨਾਂ ਤੋਂ ਇਲਾਵਾ ਉਸ ਨੇ 300 ਰਖੇਲਾਂ ਸਨ, ਉਹਨਾਂ ਨੂੰ ਉਸਨੇ ਕੁਰਾਹੇ ਪਾ ਦਿੱਤਾ। ਇੱਥੇ ਦੇਖਿਆ ਫਿਰ ਵੀ ਰੱਬ ਦੇ ਵਾਰਨਿੰਗ ਦੇਣ ਦੇ ਬਾਵਜੂਦ ਵੀ ਤੁਸੀਂ ਉਹਨਾਂ ਨਾਲ ਨਾ ਵਿਆਹ ਕਰਾਉਣਾ, ਨਾ ਤੁਸੀਂ ਉਹਨਾਂ ਨੂੰ ਉੱਥੇ ਰੱਖਣਾ, ਉਹਨਾਂ ਨੂੰ ਖਤਮ ਕਰ ਦੇਣਾ ਉਸ ਧਰਤੀ 'ਤੇ ਇਹੋ ਜਿਹਾ। ਫਿਰ ਵੀ ਇਜ਼ਰਾਈਲ ਨੇ ਪਾਪ ਕੀਤਾ, ਰਾਜੇ ਤੱਕ ਨੇ ਪਾਪ ਕੀਤਾ, ਜਿਸ ਨੂੰ ਬਹੁਤ ਕਹਿੰਦੇ ਸੀ ਸਮਝ ਆ ਉਸ ਤੋਂ ਵੀ। ਔਰ ਆਪਾਂ ਥੋੜ੍ਹਾ ਜਿਹਾ ਅੱਗੇ ਚਲੇ ਗਏ ਹਾਂ ਵੀ ਰੱਬ ਨੂੰ ਸਾਰਾ ਕੁਛ ਪਤਾ ਸੀਗਾ, ਰੱਬ ਨੇ ਇਸ ਨੂੰ ਚੁਣੀ ਹੋਈ ਕੌਮ ਨੂੰ ਕਹਿੰਦੇ ਤੁਸੀਂ ਇਹ ਕੰਮ ਨਾ ਕਰਿਓ, ਔਰ ਇਸ ਕਰਕੇ ਉਸਨੇ ਕਿਹਾ ਸੀਗਾ ਉਹ ਸਾਰਾ ਕੁਛ ਉੱਥੋਂ ਖਤਮ ਕਰ ਦਿਓ। ਔਰ ਫਿਰ ਆਪਾਂ ਇਹ ਦੇਖਦੇ ਹੈਗੇ ਹਾਂ ਇੱਕ ਹੋਰ ਕਾਰਨ ਹੈਗਾ ਆ ਇਹ ਕਿਉਂ ਰੱਬ ਨੇ ਕਿਹਾ ਉਹਨਾਂ ਨੂੰ ਸਭ ਨੂੰ ਉੱਥੋਂ ਖਤਮ ਕਰ ਦਿਓ। ਆਪਾਂ ਪੜ੍ਹਦੇ ਹੈਗੇ ਹਾਂ ਗਿਣਤੀਆਂ ਆਪਣੇ 13 ਦੀ 32 ਅਤੇ 33 ਆਇਤ ਪੜ੍ਹਦੇ ਹੈਗੇ ਹਾਂ। ਗਿਣਤੀਆਂ ਨੰਬਰਸ 13 ਦੀ 32 ਅਤੇ 33 ਵਿੱਚ ਲਿਖਿਆ ਹੈ, ਇਹਦੇ ਵਿੱਚ ਲਿਖਿਆ ਹੈ ਇਸ ਲਈ ਉਹਨਾਂ ਲੋਕਾਂ ਨੇ ਇਜ਼ਰਾਈਲੀਆਂ ਵਿੱਚ
ਗਲਤ। ਇਹ ਗੱਲ ਉਸ ਟਾਈਮ ਦੀ ਕਰ ਰਿਹਾ ਹੈਗਾ ਜਦੋਂ ਰੱਬ ਪਰਮੇਸ਼ਰ ਯਹੂਦੀਆਂ ਨੂੰ ਮਿਸਰ ਦੇ ਵਿੱਚੋਂ ਕੱਢ ਕੇ ਇਜ਼ਰਾਈਲ ਦੇ ਵਿੱਚ ਲੈ ਜਾਣ ਵਾਲਾ ਆ, ਔਰ ਉਹ ਦਰਿਆ ਦੇ ਦੂਸਰੇ ਪਾਸੇ ਬੈਠੇ ਆ ਵੀ ਹੁਣ ਉਹ ਸਾਹਮਣੇ ਇਜ਼ਰਾਈਲ ਜਿਹੜਾ ਤੁਹਾਡਾ ਦੇਸ਼ ਹੈ, ਜਿਹੜਾ ਵਾਅਦੇ ਵਾਲੀ ਜਗ੍ਹਾ ਹੈ, ਉੱਥੇ ਤੁਸੀਂ ਲੈ ਕੇ ਜਾਣਾ। ਉਹਨਾਂ ਨੇ ਕਿਹਾ ਤੁਸੀਂ ਇੱਕ ਵਾਰੀ ਜਾ ਕੇ ਦੇਖ ਲਓ, ਜਸੂਸੀ ਕਰਕੇ ਆਓ ਕਿਸ ਤਰ੍ਹਾਂ ਦੇ ਲੋਕ ਆ ਔਰ ਤੁਹਾਨੂੰ ਕਿਸ ਤਰ੍ਹਾਂ ਲੱਗਦਾ। ਬਿਲਕੁਲ ਰੈਡੀ ਹੈ ਕੰਢੇ 'ਤੇ ਬੈਠੇ ਅੰਦਰ ਜਾਣ ਦੇ ਵਾਸਤੇ। ਔਰ ਇੱਥੇ ਆਪਾਂ ਪੜ੍ਹਦੇ ਹਾਂ ਉਹ ਕੀ ਖਬਰ ਲੈ ਕੇ ਆਉਂਦੇ ਆ, ਔਰ ਜਿਨ੍ਹਾਂ ਉਹ ਉੱਥੇ ਜਾ ਰਹੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਕਿਹਾ ਉੱਥੇ ਸਾਰਾ ਕੁਝ ਮਾਰ ਦਿਓ। ਆਪਾਂ ਦੇਖਦੇ ਹੈਗੇ ਆ ਉਹ ਗਿਣਤੀਆਂ ਨੰਬਰ 13 ਦੀ 32 ਤੇ 33 ਵਿੱਚ ਲਿਖਿਆ ਹੈ। ਇਸ ਲਈ ਉਹਨਾਂ ਲੋਕਾਂ ਨੇ ਇਜ਼ਰਾਈਲੀਆਂ ਵਿੱਚ ਗਲਤ, ਇਹ ਜਦੋਂ ਉੱਥੇ ਜਸੂਸੀ ਕਰਕੇ ਜਿੱਥੇ ਜਾਣਾ ਆ, ਜਿਸ ਧਰਤੀ 'ਤੇ ਪਰਮੇਸ਼ਰ ਨੇ ਵਾਅਦਾ ਕੀਤਾ, ਉਹ ਜਸੂਸੀ ਕਰਕੇ ਫਿਰ ਵਾਪਸ ਆਏ ਫਿਰ ਕੀ ਦੱਸਦੇ ਆ, ਉਹ ਦੱਸਦੇ ਹੈਗੇ ਇਸ ਲਈ ਉਹਨਾਂ ਲੋਕਾਂ ਨੇ ਇਜ਼ਰਾਈਲੀਆਂ ਵਿੱਚ ਗਲਤ ਅਫਵਾਹ ਉਡਾਈ ਅਤੇ ਅੱਗੇ ਕਹਿਣ ਲੱਗੇ ਉਸ ਧਰਤੀ ਤਾਂ ਸਾਡੇ ਲਈ ਲੋੜੀ ਦੀ ਭੋਜਨ ਵੀ ਪੈਦਾ ਨਹੀਂ ਕਰ ਸਕਦੀ, ਲੋੜੀ ਦਾ ਭੋਜਨ ਵੀ ਨਹੀਂ ਪੈਦਾ ਕਰ ਸਕਦੀ, ਉੱਥੋਂ ਦੇ ਲੋਕ ਵੀ ਉੱਚੇ ਲੰਮੇ ਜਵਾਨ ਹਨ, ਔਰ ਅਸੀਂ ਉੱਥੇ ਨਫਲੀਮੀ ਦੈਂਤਾਂ ਦੇ ਵੰਸ਼ ਅਰਥਾਤ ਅਨਾਕੀ ਦੈਂਤਾਂ ਦੀ ਸੰਤਾਨ ਵੀ ਦੇਖੀ, ਜਿਨ੍ਹਾਂ ਦੇ ਟਾਕਰੇ ਵਿੱਚ ਅਸੀਂ ਤਾਂ ਕੇਵਲ ਕੀੜੀਆਂ ਵਾਂਗ ਹਾਂ। ਉੱਥੇ ਕਹਿੰਦੇ ਉਹ ਜਿਹੜੇ ਨੈਫਲੀ ਲੋਕ ਹੈਗੇ ਆ ਉਹ ਦੈਂਤ ਲੋਕ ਆ, ਉੱਥੇ ਦਾ ਕਹਿੰਦੇ ਸਾਰੇ ਉਹੋ ਹੀ ਆ, ਅਸੀਂ ਤਾਂ ਉਹਨਾਂ ਦੇ ਸਾਹਮਣੇ ਕੀੜੀਆਂ ਵਰਗੇ ਆ। ਅਤੇ ਉਹ ਜਿਹੜੇ ਨੈਫਲਿਨ ਦੇ ਬਾਰੇ ਆਪਾਂ ਥੋੜ੍ਹਾ ਜਿਹਾ ਜਾਣ ਲਈਏ, ਜਿਹੜੇ ਉਸ ਧਰਤੀ 'ਤੇ ਕਹਿੰਦੇ ਉੱਥੇ ਤਾਂ ਇਹੋ ਜਿਹੇ ਲੋਕ ਆ, ਅਸੀਂ ਉੱਥੇ ਸਾਰੇ ਇਹੋ ਜਿਹੇ, ਅਸੀਂ ਉਹਨਾਂ ਦੇ ਸਾਹਮਣੇ ਅਸੀਂ ਤਾਂ ਟਾਕਰਾ ਹੀ ਨਹੀਂ ਕਰ ਸਕਦੇ। ਇਹਦੇ ਬਾਰੇ ਜਿਹਨਾਂ ਨੂੰ ਰੱਬ ਨੇ ਇਹਨਾਂ ਨੂੰ ਨੈਫਲਿਨ ਨੂੰ ਖਤਮ ਕਰਨ ਲਈ ਕਹਿ ਰਿਹਾ ਹੈ, ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੇਖ ਲਈਏ। ਫਿਰ ਇਹ ਆਪਾਂ ਦੇਖਦੇ ਹੈਗੇ ਆ, ਇਹ ਇਹਨਾਂ ਨੂੰ ਹੋਰ ਜਾਣਕਾਰੀ ਦੇ ਲਈ ਉਤਪਤ 6:4 ਦੇ ਵਿੱਚ ਦੇਖਦੇ ਹੈਗੇ ਆ ਇਹਨਾਂ ਦੇ ਬਾਰੇ ਹੋਰ ਜਾਣਕਾਰੀ। ਇਹ ਗੱਲ ਹੈਗੀ ਆ ਜਦੋਂ ਨੋਵਾ ਨੇ, ਜਦੋਂ ਆਪਾਂ ਨੂੰ ਸਾਰਿਆਂ ਨੂੰ, ਜਦੋਂ ਉਹਨਾਂ ਨੇ ਦਰਿਆ ਉੱਥੇ ਜਦੋਂ ਪਾਣੀ ਆਉਣ ਤੋਂ, ਹੜ੍ਹ ਆਉਣ ਤੋਂ ਪਹਿਲਾਂ ਦੀ ਗੱਲ ਹੈਗੀ ਆ, ਉਹ ਹੈਗੀ ਆ ਉਤਪਤ 6:4 ਦੇ ਵਿੱਚ ਕੀ ਲਿਖਿਆ ਹੈ। ਉਹਨਾਂ ਦਿਨਾਂ ਵਿੱਚ ਉੱਥੇ ਦੈਂਤ ਰਹਿੰਦੇ ਸਨ ਜੋ ਦੇਵੀ ਪੁੱਤਰਾਂ ਦੇ ਮਨੁੱਖੀ ਧੀਆਂ ਨਾਲ ਸੰਗ ਕਰਨ ਤੋਂ ਪੈਦਾ ਹੋਏ ਸਨ। ਉਹਨਾਂ ਸਦੀਆਂ ਪਹਿਲਾਂ ਪ੍ਰਸਿੱਧ ਸੂਰਬੀਰ ਰਹਿ ਚੁੱਕੇ ਹਾਂਜੀ। ਅਤੇ ਫਿਰ ਹੈਗਾ ਪਰ ਪਰਮੇਸ਼ਰ ਨੇ ਦੇਖਿਆ ਕਿ ਮਨੁੱਖ ਦੀ ਦੁਸ਼ਟਤਾ ਇਸ ਧਰਤੀ 'ਤੇ ਫੈਲ ਚੁੱਕੀ ਹੈ ਅਤੇ ਮਨੁੱਖ ਦੀ ਹਰ ਸੋਚ, ਹਾਂਜੀ ਇਹ ਕਹਿ ਰਹੇ ਹੈਗੇ ਆ ਨੈਫਲਿਨ ਇੱਥੇ ਵੀ ਰਹਿ ਚੁੱਕੇ ਹਾਂਜੀ। ਅਤੇ ਇਹ ਜਿਹੜੇ ਨੈਫਲਿਨ ਕੀ ਸੀਗੇ, ਇਹ ਸੀਗੇ ਉਹਨਾਂ ਵਿੱਚ ਦੈਂਤ ਰਹਿੰਦੇ ਸਨ ਜੋ ਦੇਵੀ ਪੁੱਤਰਾਂ ਦੇ ਅਧੀਨ ਧੀਆਂ ਸੰਗ ਕਰਦੇ, ਅਤੇ ਇਹਨਾਂ ਨੂੰ ਵੀ ਇੱਥੇ ਨਹੀਂ ਲਿਖਿਆ ਨੈਫਲਿਨ, ਉਹੀ ਲੋਕ ਹੈਗੇ ਆ। ਇਹ ਕੀ ਕੀਤਾ, ਇਹ ਜਿਹੜੇ ਹੈਗੇ ਆ ਜਿਹੜੇ ਦੇਵੀ ਪੁੱਤਰਾਂ ਨੇ, ਇਹ ਏਂਜਲਸ ਜਿਹੜੇ ਸਵਰਗ ਦੇ, ਜਿਨ੍ਹਾਂ ਦੇ ਏਂਜਲ ਜਿਹੜੇ ਡਿੱਗੇ ਹੋਏ ਏਂਜਲ, ਜਿਹੜਿਆਂ ਨੇ ਪਰਮੇਸ਼ਰ ਦੇ ਖਿਲਾਫ ਪਾਪ ਕੀਤਾ, ਉਹ ਜਿਹੜੇ ਡਿੱਗੇ ਹੋਏ ਏਂਜਲ, ਸ਼ੈਤਾਨੀ ਜਿਹੜੇ ਏਂਜਲਸ, ਉਹਨਾਂ ਨੇ ਵਿਆਹ ਕਰਵਾ ਲਿਆ ਇਨਸਾਨ ਦੀਆਂ ਔਰਤਾਂ ਦੇ ਨਾਲ, ਉਹ ਉੱਥੋਂ ਦੈਂਤ ਪੈਦਾ ਹੋਏ। ਇਹਦਾ ਮਕਸਦ ਸੀਗਾ ਵੀ ਇਹਨਾਂ ਇਨਸਾਨ ਦੀ ਨਸਲ ਨੂੰ ਹੀ ਖਤਮ ਕਰ ਦੇਣਾ, ਔਰ ਸਿਰਫ ਅਤੇ ਸਿਰਫ ਨੋਵਾ ਹੀ ਬਚਿਆ ਸੀਗਾ, ਬਾਕੀ ਉਹਦਾ ਪਰਿਵਾਰ ਸੀਗਾ, ਬਾਕੀ ਸਾਰੇ ਇਹ ਦੈਂਤ ਸੀਗੇ ਉਸ ਟਾਈਮ ਨੈਫਲਿਨ। ਔਰ ਆਪਾਂ ਦੇਖਾਂਗੇ ਉਹ ਦੇਵਤੇ ਜਿਹੜੇ ਡਿੱਗੇ ਹੋਏ ਏਂਜਲ, ਉਹ ਕਿੱਦਾਂ, ਤਾਂ ਏਂਜਲਸ ਹੁੰਦੇ ਆ, ਪਰ ਇੱਥੇ ਆਪਾਂ ਇਹ ਵੀ ਦੇਖਦੇ ਹੈਗੇ ਆ ਉਹਨਾਂ ਦਾ ਸਰੀਰ ਹੁੰਦਾ ਹੈ। ਔਰ ਇਸ ਦੇ ਗੱਲ ਦੇ ਲਈ ਉਹਨਾਂ ਨੇ ਵਿਆਹ ਕਰਾ ਕੇ ਉਹ ਬਹੁਤ ਦੈਂਤ ਨੇ, ਉਹ ਇਨਸਾਨ ਨਹੀਂ ਸੀਗੇ, ਉਹ ਇਨਸਾਨ ਦੇ ਪੁੱਤਰ ਨਹੀਂ ਸੀਗੇ, ਆਪਾਂ ਉਹਨਾਂ ਨੂੰ ਇਨਸਾਨ ਨਹੀਂ ਕਹਿ ਸਕਦੇ, ਇਹੋ ਜਿਹਾ ਇੱਥੇ ਹੋ ਗਿਆ ਸੀਗਾ। ਅਤੇ ਆਪਾਂ ਦੇਖਦੇ ਹੈਗੇ ਆ ਵੀ ਇਹ ਜਿਹੜੇ ਡਿੱਗੇ ਹੋਏ ਏਂਜਲਸ ਜਿਹੜੇ ਹੈਗੇ ਆ, ਉਹਨਾਂ ਦਾ ਸਰੀਰ ਉਹ ਕਿਸ ਤਰ੍ਹਾਂ ਵਿਆਹ ਕਰਵਾ ਸਕਦੇ ਆ, ਉਹ ਨਸਲ ਬਦਲ ਕੇ ਕਿਸ ਤਰ੍ਹਾਂ ਹੋ ਸਕਦਾ। ਆਪਾਂ ਇਹਦੇ ਬਾਰੇ ਦੇਖਦੇ ਹੈਗੇ ਆ, ਇਬਰਾਨੀਆਂ ਦੇ ਵਿੱਚ ਦੇਖ ਲੈਂਦੇ ਹੈਗੇ ਆ, ਉਹਦੇ ਵਿੱਚ ਕਹਿ ਰਿਹਾ ਹੈਗਾ ਆ ਜਿਹੜੇ ਏਂਜਲਸ ਹੁੰਦੇ ਆ ਨਾ, ਆਪਾਂ ਏਂਜਲਸ ਅਤੇ ਡਿੱਗੇ ਹੋਏ ਏਂਜਲਸ ਆ, ਉਹਨਾਂ ਦਾ ਸਰੀਰ ਉਹੀ ਆ, ਚਾਹੇ ਡਿੱਗੇ ਹੋਏ ਏਂਜਲ ਆ ਚਾਹੇ ਨਹੀਂ ਡਿੱਗੇ ਹੋਏ ਏਂਜਲਸ। ਜਿਹੜੇ ਡਿੱਗੇ ਹੋਏ ਏਂਜਲ ਆ, ਜਿਹੜੇ ਸ਼ੈਤਾਨ ਉਸਦੇ ਨਾਲ ਜਿਹੜੇ ਇੱਕ ਥਾਈ ਸੀਗੇ ਏਂਜਲਸ,
ਉਹਨਾਂ ਦਾ ਸਰੀਰ ਵੀ, ਤੇ ਉਹ ਜਿਹੜੇ ਹੁਣ ਨਹੀਂ ਜਿਹੜੇ ਡਿੱਗੇ, ਜਿਹੜੇ ਪਰਮੇਸ਼ਵਰ ਦੇ ਪਵਿੱਤਰ ਏਂਜਲਸ ਆ, ਉਹਨਾਂ ਦਾ ਸਰੀਰ ਹੁੰਦਾ ਹੈਗਾ ਆ, ਔਰ ਉਹ ਚਾਹਣ ਤਾਂ ਆਪਣੇ ਆਪ ਨੂੰ ਦਿਖਾ ਸਕਦੇ ਆ, ਅਤੇ ਉਹ ਨਾ ਚਾਹਣ ਤਾਂ ਉਹ ਅਲੋਪ ਹੋ ਸਕਦੇ ਆ। ਆਪਾਂ ਇੱਥੇ ਪੜ੍ਹਦੇ ਹੈਗਾ ਇਬਰਾਨੀਆਂ 13:2 ਦੇ ਵਿੱਚ ਲਿਖਿਆ ਹੈਗਾ, ਇੱਥੇ ਲਿਖਿਆ ਹੈ, ਆਪਾਂ ਪਹਿਲੇ ਤੋਂ ਪੜ੍ਹਦੇ, ਇੱਕ ਦੂਜੇ ਨੂੰ ਭਰਾਵਾਂ ਨਾਲ ਪਿਆਰ ਹਮੇਸ਼ਾ ਦਿੰਦੇ ਰਹੋ, ਪਰਦੇਸੀਆਂ ਦਾ ਆਪਣੇ ਘਰ ਵਿੱਚ ਸਵਾਗਤ ਕਰਨਾ ਨਾ ਭੁੱਲੋ, ਕਿਉਂਕਿ ਕਈਆਂ ਨੇ ਇਹ ਕਰਨ ਦੁਆਰਾ ਅਣਜਾਣੇ ਵਿੱਚ ਸਵਰਗ ਦੂਤਾਂ ਦਾ ਸਵਾਗਤ ਕੀਤਾ ਹੈ। ਅਤੇ ਇੱਥੇ ਸਵਰਗ ਦੂਤਾਂ ਦਾ ਵੀ ਕਹਿੰਦੇ ਸਵਾਗਤ ਕੀਤਾ, ਉਹਨਾਂ ਦੀ ਵੀ ਆਓ ਭਗਤ ਕੀਤੀ ਆ। ਉਹ ਇਨਸਾਨ ਦੀ ਤਰ੍ਹਾਂ ਉਹ ਦੇਖੇ, ਉਹਨਾਂ ਨੂੰ ਪਤਾ ਨਹੀਂ ਸੀਗਾ ਇਹ ਇਨਸਾਨ ਆ ਜਾਂ ਇਹ ਸਵਰਗ ਦੂਤ ਆ, ਕਿਉਂਕਿ ਜਿਹਨਾਂ ਨੂੰ ਕਹਿੰਦੇ ਤੁਸੀਂ ਆਓ ਭਗਤ ਕਰਦੇ ਰਹੋ, ਅਣਜਾਣੇ ਦੇ ਵਿੱਚ ਕਈਆਂ ਨੇ ਸਵਰਗ ਦੂਤਾਂ ਦੀ ਵੀ ਉਹਨਾਂ ਨੇ ਕਈਆਂ ਨੇ ਆਓ ਭਗਤ ਕਰਦੇ। ਇਹ ਮਤਲਬ ਏਂਜਲਸ, ਮਤਲਬ ਦੱਸਣ ਦਾ ਇਹ ਮਤਲਬ ਹੈ ਏਂਜਲਸ ਦੀ ਇਸ ਤਰ੍ਹਾਂ ਇਨਸਾਨ ਵਰਗੀ ਬੋਡੀ ਵੀ ਇਹ ਹੁੰਦੀ ਆ, ਔਰ ਉਹ ਡਿੱਗੇ ਹੋਏ ਏਂਜਲਸ ਇਹੋ ਜਿਹੀ ਬੋਡੀ ਹੈ। ਇੱਕ ਹੁੰਦੀ ਆ ਬਦਰੂਹਾਂ ਦੀ ਸਰੀਰ ਨਹੀਂ ਹੈਗਾ, ਉਹ ਸਰੀਰ ਲੱਭਦੀਆਂ ਆ, ਉਹਨਾਂ ਨੂੰ ਸਰੀਰ ਚਾਹੀਦਾ ਆ, ਉਹ ਬਦਰੂਹਾਂ ਜੀ ਕਹਿੰਦੇ ਬਦਰੂ ਚੁੰਬੜੀ ਉਹ ਆ, ਉਹਨੂੰ ਡਿਲੀਵਰੈਂਸ ਦੇਣੀ ਆ, ਉਹ ਹੋਰ ਚੀਜ਼ ਆ। ਇਹ ਆਪਾਂ ਡਿੱਗੇ ਹੋਏ ਏਂਜਲਸ ਆ, ਉਹਨਾਂ ਦੀ ਬੋਡੀ ਹੁੰਦੀ ਆ। ਉਹ ਏਂਜਲਸ ਜਿਨ੍ਹਾਂ ਦੀ ਇਹ ਅਣਜਾਣੇ ਦੇ ਵਿੱਚ ਲੋਕਾਂ ਨੇ ਸੇਵਾ ਕਰ ਦਿੱਤੀ ਆ, ਉਹ ਏਂਜਲਸ ਨੇ ਉੱਥੇ ਵਿਆਹ ਕਰਾ ਲਿਆ। ਉਹ ਏਂਜਲਸ ਹੀ ਉਸ ਸਮੇਂ ਉੱਥੇ ਜਿੱਥੇ ਇਜ਼ਰਾਈਲ ਦੇ ਵਿੱਚ ਜਾਣਾ ਸੀਗਾ, ਉਹ ਉਹਨਾਂ ਨੂੰ ਮਾਰਨਾ ਸੀਗਾ। ਉਹ ਕਹਿੰਦੇ ਅਸੀਂ ਤਾਂ ਕੁਛ ਨਹੀਂ। ਉਹ ਆਪਾਂ ਇਸ ਗੱਲ ਦੀ ਗੱਲ ਕਰਨਾ ਚਾਹੁੰਦੇ ਹਾਂ। ਅਤੇ ਫਿਰ ਆਪਾਂ ਦੇਖਦੇ ਹੈਗੇ ਹੈ, ਇਹ ਇੱਕ ਕਾਰਨ ਇਹ ਵੀ ਸੀਗਾ, ਉਹ ਕਹਿੰਦੇ ਉਹਨਾਂ ਸਭ ਨੂੰ ਖਤਮ ਕਰ ਦਿਓ, ਉਹ ਕੁਛ ਵੀ ਇਹੋ ਜਿਹਾ ਉੱਥੇ ਨਾ ਰਹੇ, ਕਿਉਂਕਿ ਉੱਥੇ ਇਸ ਤਰ੍ਹਾਂ ਦਾ ਪਾਪ ਬਹੁਤ ਵਧਿਆ ਹੋਇਆ ਸੀਗਾ। ਫਿਰ ਦੂਸਰਾ ਹੈਗਾ ਅਤੇ ਜਦੋਂ ਰੱਬ ਨੇ ਇਹ ਵਾਰਨਿੰਗ ਦਿੰਦਾ ਹੈਗਾ ਆ, ਅਤੇ ਉਹ ਦੱਸਦਾ ਹੈਗਾ ਆ, ਆਪਾਂ ਦੇਖਦੇ ਹੈਗੇ ਅਗਲਾ ਜਿਹੜਾ ਹੈਗਾ ਆ ਕਾਰਨ, ਆਪਾਂ ਦੇਖਦੇ ਹੈਗੇ ਆ ਡਿਟਰੋਨਮੀ ਵਿਵਸਥਾ ਸਾਰ 28:47 ਦੇ ਵਿੱਚ ਦੇਖਦੇ ਹੈਗੇ ਆ। ਉਹਦੇ ਵਿੱਚ ਕੀ ਕਹਿੰਦਾ ਹੈਗਾ, ਵਿਵਸਥਾ ਸਾਰ 28:47 ਤੋਂ 50 ਦੇ ਵਿੱਚ ਦੇਖਦੇ ਹੈਗੇ ਆ। ਉਹਦੇ ਵਿੱਚ ਕਹਿੰਦਾ ਹੈ, ਇਹ ਇਸ ਗੱਲ ਦਾ ਸਬੂਤ ਹੋਣਗੀਆਂ ਕਿ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੀ ਸੇਵਾ ਖੁਸ਼ੀ ਅਤੇ ਪੂਰੀ ਤਰ੍ਹਾਂ ਨਾਲ ਨਹੀਂ ਕੀਤੀ। ਬੇਸ਼ੱਕ ਉਹਨਾਂ ਨੇ ਤੁਹਾਨੂੰ ਹਰ ਤਰ੍ਹਾਂ ਦੀ ਅਸੀਸ ਵੀ ਦਿੱਤੀ, ਇਸ ਲਈ ਤੁਸੀਂ ਪ੍ਰਭੂ ਦੇ ਤੁਹਾਡੇ ਵਿਰੁੱਧ ਘੱਲੇ ਆਪਣੇ ਦੁਸ਼ਮਣਾਂ ਦੀ ਸੇਵਾ ਕਰੋਗੇ। ਇਹ ਦੱਸ ਰਿਹਾ ਹੈਗਾ, ਅਗਰ ਤੁਸੀਂ ਮੂਰਤੀ ਪੂਜਾ ਕਰੋਗੇ, ਹਾਂਜੀ, ਅਤੇ ਤੁਹਾਡੀਆਂ ਉਹ ਤੁਹਾਨੂੰ ਧੌਣਾ ਅਤੇ ਲੋਹੇ ਅਤੇ ਚੂਲਾਂ ਉਸ ਸਮੇਂ ਤੱਕ ਰੱਖਣਗੇ ਜਦੋਂ ਤੱਕ ਤੁਸੀਂ ਨਾਸ਼ ਨਾ ਹੋ ਜਾਵੋ। ਉਹ ਇਹ ਕਹਿ ਰਿਹਾ ਹੈਗਾ ਇੱਥੇ, ਪਰ ਤੁਸੀਂ ਅਗਰ ਸੱਚੇ ਪਿਤਾ ਰੱਬ ਦੀ ਪਰਮੇਸ਼ਵਰ ਦੀ ਤੁਸੀਂ ਪੂਜਾ ਨਹੀਂ ਕਰੋਗੇ, ਤਾਂ ਫਿਰ ਉਹ ਤੁਹਾਨੂੰ ਹੋਰ ਕੌਮਾਂ ਆਉਗੀਆਂ, ਤੁਹਾਨੂੰ ਗੁਲਾਮ ਬਣਾਉਗੀਆਂ। ਇੱਥੋਂ ਮੈਂ ਫਿਰ ਦੁਬਾਰਾ ਪੜ੍ਹ ਦਿੰਦਾ। ਇਹ ਕਹਿ ਰਿਹਾ ਹੈਗਾ, ਇਸ ਲਈ ਇਹ ਇਸ ਗੱਲ ਦਾ ਸਬੂਤ ਹੋਣਗੀਆਂ ਕਿ ਤੁਸੀਂ ਪ੍ਰਭੂ ਆਪਣੇ ਪਰਮੇਸ਼ਵਰ ਦੀ ਸੇਵਾ ਖੁਸ਼ੀ ਅਤੇ ਪੂਰੀ ਤਰ੍ਹਾਂ ਨਾਲ ਨਹੀਂ ਕੀਤੀ, ਹਾਂਜੀ, ਪਰ ਸੱਚੇ ਰੱਬ ਨਾਲ ਨਹੀਂ ਤੁਹਾਡਾ ਮਨ ਲੱਗਿਆ, ਤੁਸੀਂ ਹੋਰ ਪਾਸੇ ਚਲੇ ਗਏ। ਬੇਸ਼ੱਕ ਉਹਨਾਂ ਨੇ ਤੁਹਾਨੂੰ ਹਰ ਤਰ੍ਹਾਂ ਦੀ ਅਸੀਸ ਵੀ ਦਿੱਤੀ, ਹਾਂਜੀ, ਇਸ ਲਈ ਤੁਸੀਂ ਪ੍ਰਭੂ ਦੇ ਤੁਹਾਡੇ ਵਿਰੋਧੀ ਘੱਲੇ, ਪ੍ਰਭੂ ਨੇ ਤੁਹਾਡੇ ਵਿਰੋਧੀ ਘੱਲੇ ਅਤੇ ਆਪਣੇ ਦੁਸ਼ਮਣਾਂ ਦੀ ਸੇਵਾ ਕਰੋਗੇ। ਕਹਿੰਦਾ ਫਿਰ ਤੁਸੀਂ ਤੁਹਾਡੇ 'ਤੇ ਦੁਸ਼ਮਣ ਮੈਂ ਭੇਜੂੰਗਾ, ਔਰ ਤੁਸੀਂ ਉਹਨਾਂ ਦੀ ਗੁਲਾਮੀ ਕਰੋਗੇ, ਹਾਂਜੀ। ਉਹ ਤੁਹਾਡੀਆਂ ਧੌਣਾਂ 'ਤੇ ਲੋਹੇ ਦਾ ਜੂਲਾ ਉਸ ਸਮੇਂ ਤੱਕ ਰੱਖਣਗੇ ਜਦੋਂ ਤੱਕ ਕਿ ਤੁਸੀਂ ਨਾਸ਼ ਨਾ ਹੋ ਜਾਵੋ। ਪ੍ਰਭੂ ਤੁਹਾਡੇ ਵਿਰੁੱਧ ਧਰਤੀ ਦੀਆਂ ਦੂਜੀਆਂ ਹੱਦਾਂ ਤੋਂ ਇੱਕ ਕੌਮ ਨੂੰ ਖੜਿਆ ਕਰੇਗਾ, ਜੋ ਤੁਹਾਡੇ 'ਤੇ ਉਕਾਬ ਦੀ ਝਪਟ ਦੀ ਤਰ੍ਹਾਂ ਅਚਾਨਕ ਹਮਲਾ ਕਰੇਗੀ। ਉਸ ਕੌਮਾਂ ਦੀ ਕੋਈ ਬੋਲੀ ਤੱਕ ਨਹੀਂ ਜਾਣਦੇ ਹੋਵੋਗੇ। ਔਰ ਅੱਗੇ ਲਿਖਿਆ ਹੈ, ਇਹ ਕੌਮ ਪੱਥਰ ਦਿਲ ਹੋਵੇਗੀ, ਉਹ ਤੁਹਾਡੇ ਕਿਸੇ ਵੱਡੇ ਛੋਟੇ 'ਤੇ ਕਿਸੇ ਤਰ੍ਹਾਂ 'ਤੇ ਤਰਸ ਨਹੀਂ ਕਰੇਗੀ। ਇਹ ਕਹਿੰਦੇ ਜਦੋਂ ਤੁਸੀਂ ਮੂਰਤੀਆਂ ਪੂਜਾ ਕਰੋਗੇ ਔਰ ਤੁਹਾਨੂੰ ਬੜੇ ਮੁਸ਼ਕਿਲ 'ਚ ਆਓਗੇ, ਇਹੋ ਜਿਹੇ ਤੁਹਾਡੇ ਵਿਰੁੱਧ ਇਹੋ ਜਿਹੇ ਕੰਮ ਰੱਬ ਖੜ੍ਹੇ ਕਰੂਗਾ, ਹਾਂਜੀ। ਅਤੇ ਇਹ ਹੈ ਮੂਰਤੀ ਪੂਜਾ ਜੇ ਤੁਸੀਂ ਕਰੋਗੇ, ਔਰ ਸਾਰੀ ਇਹ ਬੜੀ ਤੁਸੀਂ ਗੁਲਾਮੀ ਦੇ ਵਿੱਚ ਹੋਵੋਗੇ। ਅੱਜ ਜਿਹੜੀਆਂ ਕੌਮਾਂ ਮੂਰਤੀਆਂ ਪੂਜਾ ਝੂਠੇ ਧਰਮਾਂ 'ਚ ਗਏ, ਉਹ ਆਪਾਂ ਦੇਖ ਸਕਦੇ ਉਹਨਾਂ ਨੇ ਬਹੁਤ ਗੁਲਾਮੀਆਂ ਵੀ ਕੱਟੀਆਂ ਹੈ, ਔਰ ਇਹੋ ਜਿਹੇ ਦੇਸ਼ ਉੱਥੇ ਆਏ ਜਿਨ੍ਹਾਂ ਦੀ
ਅਸੀਂ ਇੱਦਾਂ ਲਿਖਿਆ ਉਹ ਲੋਕੀ ਉੱਥੇ ਦੀ ਭਾਸ਼ਾ ਵੀ ਨਹੀਂ ਸੀ ਜਾਣਦੇ, ਗੈਰ ਦੂਰੋਂ ਕੌਮਾਂ ਆ ਕੇ ਗੁਲਾਮੀਆਂ ਕੱਟਦੀਆਂ। ਰੱਬ ਇਹੋ ਜਿਹੇ ਖੜਾ ਕਰਦਾ ਕਿਉਂਕਿ ਰੱਬ ਮੂਰਤੀ ਪੂਜਾ ਨੂੰ ਘਿਰਣਾ ਕਰਦਾ ਆ, ਔਰ ਬੜੀ ਮੁਸ਼ਕਿਲ ਦੇ ਵਿੱਚ ਉਹ ਕੌਮਾਂ ਨੂੰ ਬਰਬਾਦੀ ਦੇ ਵਿੱਚ ਲੈ ਕੇ ਜਾਂਦਾ ਆ। ਔਰ ਫਿਰ ਅੱਗੇ ਅੱਗੇ ਦੇਖਦੇ ਹੈਗੇ ਆ, ਇਹ ਰੱਬ ਦੀ ਵਾਰਨਿੰਗ ਸੀਗੀ ਨਾ, ਅਤੇ ਇਸ ਤਰ੍ਹਾਂ ਹੁੰਦਾ ਆ। ਫਿਰ ਅੱਗੇ ਆਪਾਂ ਦੇਖਦੇ ਹਾਂ ਮਕਸਦ ਕੀ ਆ ਰੱਬ ਦਾ, ਔਰ ਰੱਬ ਕੀ ਚਾਹੁੰਦਾ ਹੈਗਾ ਆ। ਆਪਾਂ ਦੇਖਿਆ ਸੀਗਾ ਰੱਬ ਚਾਹੁੰਦਾ ਆ ਸਾਰੇ ਬਚ ਜਾਣ, ਔਰ ਰੱਬ ਸਭ ਨੂੰ ਬਲੈਸ ਕਰਨਾ ਚਾਹੁੰਦਾ ਆ। ਰੱਬ ਨੇ ਜਦੋਂ ਇਬਰਾਹਿਮ ਆਪਣੇ ਮੂਸਾ ਨੂੰ ਕਿਹਾ ਸੀਗਾ ਮੈਂ ਇੱਕ ਹੱਥ ਬਰਕਤ ਰੱਖਦਾ, ਇੱਕ ਹੱਥ ਸਰਾਫ ਆ। ਇਸੇ ਤਰ੍ਹਾਂ ਜਦੋਂ ਇਹ ਆਪਣੇ ਆਦਮ ਨੂੰ ਵੀ ਪੈਦਾ ਕੀਤਾ, ਉਹਦੇ ਸਾਹਮਣੇ ਵੀ ਇੱਕ ਹੱਥ ਬਰਕਤ ਅਤੇ ਇੱਕ ਹੱਥ ਸਰਾਫ। ਇੱਕ ਹੱਥ ਜਿਹੜਾ ਆਪਾਂ ਉਤਪਤ 2:9 ਦੇ ਵਿੱਚ ਦੇਖਦੇ ਹੈਗੇ ਆ, ਉੱਥੇ ਟਰੀ ਆਫ ਲਾਈਫ ਇੱਕ ਜੀਵਨ ਦਾ ਦਰੱਖਤ ਸੀ, ਅਤੇ ਇੱਕ ਹੈਗਾ ਨੌਲੇਜ ਅਤੇ ਗਿਆਨ ਦਾ ਦਰੱਖਤ। ਇੱਕ ਹੱਥ ਜੀਵਨ ਬਰਕਤ, ਇੱਕ ਹੱਥ ਸਰਾਫ। ਕਹਿੰਦਾ ਜੀਵਨ ਦੇ ਉਦੋਂ ਖਾ ਸਕਦਾ ਸੀ, ਉੱਥੇ ਨਹੀਂ ਖਾਧਾ। ਕਹਿੰਦਾ ਜਿੱਦਣ ਤੂੰ ਆਹ ਖਾਧਾ, ਜਿਹੜੇ ਗਿਆਨ ਨਾਲ ਨੌਲੇਜ ਦਾ ਦਰੱਖਤ ਜਿਹੜਾ ਮਨਾ ਕੀਤਾ ਸੀ ਉਹ ਖਾ ਲਿਆ, ਉਹ ਸਰਾਫ, ਉਹ ਗਲਤ ਹੋ ਗਿਆ। ਪਰ ਹੁਣ ਕੀ ਰੱਬ ਕੀ ਚਾਹੁੰਦਾ ਹੈਗਾ ਆ, ਕਿਉਂਕਿ ਕਹਿੰਦਾ ਜਿਸ ਦਿਨ ਤੂੰ ਖਾਧਾ ਉਸ ਦਿਨ ਤੂੰ ਮਰਿਆ। ਹਾਂਜੀ, ਅਤੇ ਆਪਾਂ ਦੇਖਦੇ ਹੈਗੇ ਆ ਉਹਨੇ ਜਿਹੜਾ ਸੀਗਾ ਆਦਮ ਨੇ ਜਦੋਂ ਉਹ ਗਲਤ ਦਰੱਖਤ ਤੋਂ ਫਲ ਖਾ ਲਿਆ ਅਤੇ ਉਹ ਮਰਿਆ। ਹਾਂਜੀ, ਅਤੇ ਆਪਾਂ ਇਹ ਕੀ ਕਰ ਰਿਹਾ ਹੈਗਾ ਆ, ਰੋਮੀਆਂ 6:23 ਦੇ ਵਿੱਚ ਵੀ ਲਿਖਿਆ ਹੈਗਾ ਹੈ, ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਵਰ ਦਾ ਮੁਫਤ ਵਰਦਾਨ ਅਨੰਤ ਜੀਵਨ ਹੈ। ਇਹ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਲ ਇੱਕ ਹੋਣ ਨਾਲ ਪ੍ਰਾਪਤ ਹੁੰਦਾ ਹੈ। ਉਹ ਜਿਹੜਾ ਮਰਿਆ, ਹਾਂਜੀ, ਪਾਪ ਦੇ ਨਾਲ ਮਰਿਆ। ਆਦਮ ਪਾਪ ਕੀਤਾ, ਮਰਿਆ। ਪਾਪ ਦੇ ਨਾਲ ਮੌਤ ਹੈ, ਅਤੇ ਪਰਮੇਸ਼ਵਰ ਦਾ ਜਿਹੜਾ ਮੁਫਤ ਜਿਹੜਾ ਆਨੰਦ ਜੀਵਨ ਆ ਉਹ ਯਿਸੂ ਮਸੀਹ ਦੇ ਵਿੱਚ ਹੈ। ਇਹ ਹੀ ਮਕਸਦ ਜਿਹੜਾ ਪਾਪ ਉਹ ਆਦਮ ਨੇ ਕੀਤਾ, ਔਰ ਉਹ ਯਿਸੂ ਮਸੀਹ ਦਾ ਆਉਣਾ, ਉਸ ਦੇ ਵਿੱਚ ਜੀਵਨ ਆ। ਹਾਂਜੀ, ਇਹ ਮਕਸਦ ਸੀਗਾ, ਔਰ ਉੱਥੇ ਤੱਕ ਲੈ ਕੇ ਆਉਣਾ ਪਰਮੇਸ਼ਰ ਦਾ, ਤਾਂ ਕਿ ਉਹ ਪਰਮੇਸ਼ਰ ਲੋਕੀ ਬਚ ਸਕਣ। ਔਰ ਉਹ ਦਰੱਖਤ ਜਿਹੜਾ ਪਰਮੇਸ਼ਰ ਨੇ ਫਿਰ ਦੇਖਿਆ ਸੀਗਾ ਆਪਾਂ ਵੀ ਉਸਨੇ ਉਹ ਜਿਹੜਾ ਜੀਵਨ ਜਦੋਂ ਆਦਮ ਨੇ ਪਾਪ ਕਰ ਦਿੱਤਾ, ਅਤੇ ਉਸਨੇ ਕਿਹਾ ਸੀਗਾ ਵੀ ਜਦੋਂ ਇਹ ਪਾਪ ਹੋ ਗਿਆ ਤਾਂ ਫਿਰ ਪਰਮੇਸ਼ਰ ਨੇ ਜਿਹੜਾ ਜੀਵਨ ਦਾ ਦਰੱਖਤ ਸੀਗਾ ਉਸ ਤੋਂ ਖਾਣ ਦੇ ਵਾਸਤੇ ਉਹਨਾਂ ਨੂੰ ਮਨਾ ਕਰ ਦਿੱਤਾ, ਉਹਨੂੰ ਉੱਥੋਂ ਕੱਢ ਦਿੱਤਾ, ਉਹਦੇ ਦੁਆਲੇ ਪਹਿਰਾ ਲਗਾ ਦਿੱਤਾ, ਤਾਂ ਕਿ ਹੁਣ ਇਹ ਜੀਵਨ ਦੇ ਦਰੱਖਤ ਦਾ ਉੱਥੋਂ ਇਹ ਨਾ ਖਾ ਲੈਣ, ਅਤੇ ਇਹਨਾਂ ਨੇ ਮਰਨਾ ਨਹੀਂ ਹੈਗਾ। ਇਹ ਇਸੇ ਤਰ੍ਹਾਂ ਹੀ ਇਹ ਪਾਪ ਦੇ ਵਿੱਚ ਇੱਦਾਂ ਹੀ ਰਹੂਗੇ। ਔਰ ਫਿਰ ਯਿਸੂ ਮਸੀਹ ਉਹੀ ਕਹਿ ਰਿਹਾ ਹੈਗਾ ਆ, ਪ੍ਰਕਾਸ਼ ਦੀ ਪੋਥੀ 2:7 ਦੇ ਵਿੱਚ ਕਹਿ ਰਿਹਾ ਹੈਗਾ ਆ, ਉਹ ਜੀਵਨ ਦਾ ਦਰੱਖਤ ਜਿੱਥੋਂ ਉੱਥੋਂ ਰੱਬ ਨੇ ਮਨਾ ਕੀਤਾ ਸੀਗਾ, ਹੁਣ ਜਦੋਂ ਪਾਪ ਮਾਫ ਹੋ ਗਏ, ਫਿਰ 2:7 ਦੇ ਵਿੱਚ ਉਹ ਕਹਿੰਦਾ ਹੈਗਾ, ਇਹ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ 2:7 ਦੇ ਵਿੱਚ ਕਹਿੰਦਾ, ਜਿਸ ਦੇ ਕੰਨ ਹੋਣ ਇਹ ਸੁਣਨ ਕਿ ਪਵਿੱਤਰ ਆਤਮਾ ਵਿਸ਼ਵਾਸ ਸੰਗਤ ਨੂੰ ਕੀ ਕਹਿੰਦਾ ਹੈ। ਪਵਿੱਤਰ ਆਤਮਾ ਵਿਸ਼ਵਾਸ ਸੰਗਤ ਨੂੰ, ਯਿਸੂ ਮਸੀਹ ਦੇ ਖੂਨ ਖਰੀਦਿਆਂ ਨੂੰ ਕੀ ਕਹਿੰਦਾ ਹੈ, ਉਹ ਜੋ ਜਿੱਤ ਪ੍ਰਾਪਤ ਕਰਦਾ ਹੈ ਉਸ ਨੂੰ ਮੈਂ ਜੀਵਨ ਦੇ ਉਸ ਰੁੱਖ ਦਾ ਫਲ ਖਾਣ ਦਾ ਅਧਿਕਾਰ ਦੇਵਾਂਗਾ ਜੋ ਪਰਮੇਸ਼ਵਰ ਦੇ ਪਵਿੱਤਰ ਬਾਗ ਵਿੱਚ ਹੈ। ਉਹ ਜੀਵਨ ਦੇ ਦਰੱਖਤ ਦਾ ਫਲ ਜਿਸ ਨੂੰ ਪਦਾਸ਼ਤ ਉਤਪਤ ਦੇ ਵਿੱਚ ਆਪਣੇ ਆਦਮ ਨੂੰ ਖਾਣ ਤੋਂ ਮਨਾ ਕੀਤਾ ਗਿਆ, ਸਮਝ ਲਓ, ਉਹ ਮਤਲਬ ਮਨਾ ਕੀਤਾ ਗਿਆ, ਮਤਲਬ ਉਹ ਨਹੀਂ ਸੀ ਚਾਹੁੰਦਾ ਕਿ ਜੀ ਪਾਪ ਕਰਨ ਤੋਂ ਬਾਅਦ ਉਹ ਇਹ ਖਾ ਲਵੇ, ਤਾਂ ਕਿ ਫਿਰ ਸਾਰੀ ਉਮਰ ਪਾਪ ਵਿੱਚ ਰਹੇਗਾ। ਅਤੇ ਉਹ ਕਹਿੰਦਾ ਹੁਣ ਜਦੋਂ ਮੁਕਤੀ ਮਿਲ ਗਈ, ਸੈਲਵੇਸ਼ਨ ਮਿਲ ਗਈ, ਫਿਰ ਉਹ ਇਸ ਤੋਂ ਖਾਣ ਦੇ ਵਾਸਤੇ ਉਹ ਅਧਿਕਾਰ ਦਿੱਤਾ ਜਾਏਗਾ। ਔਰ ਆਪਾਂ ਇਹ ਦੇਖ ਸਕਦੇ ਹੈਗੇ ਹਾਂ, ਉਹ ਜਿਹੜਾ ਯਿਸੂ 'ਤੇ ਵਿਸ਼ਵਾਸ ਕਰਦੇ ਆ ਉਸ ਨੂੰ ਇਹ ਖਾਣ ਦੇ ਅਧਿਕਾਰ ਦਾ ਇਹ ਦਿੱਤਾ ਗਿਆ, ਉਹ ਖਾਏਗਾ। ਇਹ ਮਕਸਦ ਸੀਗਾ ਆਪਣੇ ਰੱਬ ਦਾ ਇੱਕ ਇੱਥੇ ਸੈਲਵੇਸ਼ਨ, ਮੁਕਤੀ ਲੈ ਕੇ ਆਉਣ ਦਾ, ਤਾਂ ਕਿ ਸਾਰੀਆਂ ਕੌਮਾਂ ਉਸ ਸਾਰੇ ਧਰਮ ਦੇ ਲੋਕੀ ਉਸ ਦੁਆਰਾ, ਇਬਰਾਹਿਮ ਦੁਆਰਾ, ਉਸ ਦੀ ਨਸਲ ਦੇ ਵਿੱਚੋਂ ਜੋ ਇੱਕ ਸੀਡ ਜੋ ਯਿਸੂ ਮਸੀਹ ਆਏਗਾ ਉਸ ਦੁਆਰਾ ਬਰਕਤ ਪਾਉਣ। ਔਰ ਜੋ ਬਰਕਤ ਆਪਾਂ ਇਫਸੀਆਂ 3:6 ਦੇ ਵਿੱਚ ਬਹੁਤ ਵਧੀਆ ਹੈਗੀ ਆ ਆਇਤ ਲਿਖੀ ਹੈਗੀ ਆ, ਇਫਸੀਆਂ 3:6 ਵਿੱਚ ਲਿਖਿਆ, ਇਹ ਭੇਦ ਇਹ ਹੈ ਕਿ ਸ਼ੁਭ ਸਮਾਚਾਰ ਦੇ ਦੁਆਰਾ, ਸ਼ੁਭ ਸਮਾਚਾਰ ਯਿਸੂ ਮਸੀਹ ਹੈ, ਸ਼ੁਭ ਸਮਾਚਾਰ ਦੇ ਦੁਆਰਾ
ਪਰਾਈਆਂ ਕੌਮਾਂ ਦੇ ਲੋਕ ਵੀ ਯਹੂਦੀ ਲੋਕਾਂ ਦੇ ਨਾਲ ਪਰਮੇਸ਼ਵਰ ਦੀ ਪ੍ਰਤਿੱਗਿਆ, ਮਤਲਬ ਪਰਮੇਸ਼ਵਰ ਦਾ ਵਾਅਦਾ, ਪਰਮੇਸ਼ਵਰ ਦੀ ਪ੍ਰਤਿੱਗਿਆ ਕੀਤੀ ਅਸੀਸ ਦੇ ਭਾਗੀ ਹੋਣ ਅਤੇ ਉਹਨਾਂ ਦੇ ਨਾਲ ਇੱਕ ਹੀ ਸਰੀਰ ਦੇ ਅੰਗ ਵੀ ਹਨ। ਉਹ ਜਿਹੜਾ ਜਿਹੜਾ ਪਰਮੇਸ਼ਵਰ ਨੇ ਵਾਅਦਾ ਕੀਤਾ ਸੀਗਾ ਇਬਰਾਹਿਮ ਦੇ ਨਾਲ, ਉਹ ਕਹਿੰਦਾ ਇਬਰਾਹਿਮ ਦੁਆਰਾ ਸਾਰੀਆਂ ਕੌਮਾਂ ਭਾਗੀ ਉਹ ਬਰਕਤ ਪਾਉਗੀਆਂ। ਆਹ ਕਹਿੰਦਾ ਉਹ ਆਪਾਂ ਹੁਣੇ ਪੜ੍ਹਿਆ, ਉਸ ਦੇ ਅੰਗ ਬਣ, ਉਸ ਦੇ ਭਾਗੀ ਬਣ। ਹਾਂਜੀ, ਅਤੇ ਇਹ ਮਕਸਦ ਸੀਗਾ ਰੱਬ ਦਾ ਇੱਕ, ਤਾਂ ਕਿ ਉਹ ਸਾਰੇ ਲੋਕ ਜਿਹੜੇ ਹਨ ਆਪਣੇ ਉਹ ਬਰਕਤ ਪਾਉਣ। ਇਹ ਵੀ ਇੱਕ ਕਾਰਨ ਸੀਗਾ, ਔਰ ਇਹ ਉਸ ਨੇ ਲੈ ਕੇ ਆਉਣਾ ਸੀਗਾ। ਔਰ ਆਪਾਂ ਬਾਕੀ ਸਾਰੀਆਂ ਗੱਲਾਂ ਦੇਖ ਲਈਆਂ ਹੈਗੀਆਂ, ਇੱਕ ਇਹ ਵੀ ਇੱਕ ਆਪਾਂ ਬਾਕੀ ਦੀ ਮੈਂ ਰਹਿੰਦਾ ਸੀਗਾ। ਬਾਕੀ ਹੋਰ ਗੱਲਾਂ ਹੈਗੀਆਂ 3 ਦੀ ਕੁਲਸੀਆਂ 3 ਦੀ 26 ਤੋਂ 19 ਦੇ ਵਿੱਚ ਵੀ ਦੇਖ ਸਕਦੇ ਹੈਗੇ ਆ। ਕੁਲਸੀਆਂ 3 ਦੀ 26 ਤੋਂ ਆਪਣੇ ਅੱਗੇ ਦੇਖਦੇ ਹੈਗੇ ਆ, ਉਹਦੇ ਵਿੱਚ ਲਿਖਿਆ ਨਹੀਂ ਗਲੇਸ਼ੀਅਨਸ ਇੱਕ ਮਿੰਟ ਜੀ, ਗਲੇਸ਼ੀਅਨਸ ਦੇ ਵਿੱਚ ਹੈ, ਮੈਂ ਗਲਤ ਪੜ੍ਹ ਗਿਆ ਸੀ, ਹਾਂ ਗਲੇਸ਼ੀਅਨ ਦੇ ਵਿੱਚ, ਗਲੇਸ਼ੀਅਨਸ 3 ਦੀ 26 ਤੋਂ 19 ਦੇ ਵਿੱਚ ਲਿਖਿਆ ਹੈ। ਹਾਂਜੀ, ਇੱਥੇ ਲਿਖਿਆ ਹੈ ਗਲਾਤੀਆਂ 3 ਦੀ 26 ਤੋਂ 19, ਇਸ ਵਿੱਚ ਲਿਖਿਆ ਹੈ, ਹੁਣ ਤੁਸੀਂ ਸਭ ਵਿਸ਼ਵਾਸ ਦੇ ਰਾਹੀਂ ਮਸੀਹ ਯਿਸੂ ਦੇ ਵਿੱਚ ਹੋ ਕੇ ਪਰਮੇਸ਼ਵਰ ਦੀ ਸੰਤਾਨ ਹੋ। ਹੁਣ ਯਿਸੂ ਮਸੀਹ ਦੇ ਵਿੱਚ ਆ ਕੇ ਪਰਮੇਸ਼ਵਰ ਦੀ ਸੰਤਾਨ ਹੈ। ਤੁਹਾਡੇ ਵਿੱਚੋਂ ਜਿਸ ਨੇ ਮਸੀਹ ਦੀ ਸੰਗਤ ਵਿੱਚ ਬਪਤਿਸਮਾ ਲਿਆ ਹੈ, ਉਹਨਾਂ ਸਭ ਨੇ ਮਸੀਹ ਨੂੰ ਆਪਣੇ ਜੀਵਨ ਵਿੱਚ ਧਾਰ ਲਿਆ। ਇਸ ਲਈ ਹੁਣ ਤੁਹਾਡੇ ਵਿੱਚ ਕੋਈ ਭਿੰਨਤਾ ਨਹੀਂ ਰਹੀ, ਨਾ ਯਹੂਦੀ ਅਤੇ ਹੋਰਨਾਂ ਕੌਮਾਂ ਵਿੱਚ। ਇੱਥੇ ਜਿਹੜਾ ਦੱਸਦਾ ਯਹੂਦੀ ਅਤੇ ਹੋਰਨਾਂ ਕੌਮਾਂ ਦੇ ਵਿੱਚ ਕੋਈ ਫਰਕ ਨਹੀਂ ਰਿਹਾ। ਅਸੀਂ ਵੀ ਇੱਕ ਹੋ ਗਏ ਹਾਂ ਪਰਮੇਸ਼ਵਰ ਦੇ ਨਾਲ। ਜਿਸ ਤਰ੍ਹਾਂ ਰੱਬ ਯਹੂਦੀਆਂ ਦੇ ਨਾਲ ਚੁਣੇ ਹੋਏ ਸੀ, ਅਸੀਂ ਵੀ ਉਸ ਦੇ ਮੁਤਾਬਕ ਹੋ ਗਏ ਹਾਂ। ਅਤੇ ਨਾ ਗੁਲਾਮ ਅਤੇ ਨਾ ਆਜ਼ਾਦ, ਨਾ ਔਰਤ ਅਤੇ ਨਾ ਆਦਮੀ ਤਾਂ ਔਰਤ ਵਿੱਚ, ਇਸ ਦੇ ਵਿੱਚ ਕੋਈ ਫਰਕ ਨਹੀਂ ਰਿਹਾ। ਤੁਸੀਂ ਸਭ ਮਸੀਹ ਯਿਸੂ ਦੀ ਸੰਗਤ ਵਿੱਚ ਇੱਕ ਹੋ ਗਏ ਹਾਂ। ਇਸ ਲਈ ਜੇਕਰ ਤੁਸੀਂ ਮਸੀਹ ਦੇ ਹੋ ਤਾਂ ਫਿਰ ਤੁਸੀਂ ਇਬਰਾਹਿਮ ਦੀ ਸੰਤਾਨ ਹੋ। ਇਬਰਾਹਿਮ ਦੀ ਸੰਤਾਨ ਬਣ ਗਏ ਯਿਸੂ ਮਸੀਹ ਦੁਆਰਾ। ਉਹ ਜੋ ਬਰਕਤ, ਜੋ ਵਾਅਦਾ ਯਿਸੂ ਮਸੀਹ ਦਾ ਇਬਰਾਹਿਮ ਦੇ ਵਾਸਤੇ ਸੀਗਾ, ਉਹ ਇੱਥੇ ਪੂਰਾ ਹੋਇਆ। ਅਤੇ ਇਸ ਨਾਤੇ ਤੁਸੀਂ ਪਰਮੇਸ਼ਵਰ ਦੀ ਪ੍ਰਤਿੱਗਿਆ ਵਿੱਚ ਕੀਤੀ ਅਸੀਸ ਦੇ ਵਾਰਸ ਹੋ। ਅਸੀਂ ਉਸ ਜਿਹੜੀ ਵਾਅਦਾ ਕੀਤਾ ਸੀਗਾ ਇਬਰਾਹਿਮ ਦੇ ਨਾਲ, ਅਸੀਂ ਉਸ ਦੇ ਵਾਰਸ ਬਣ ਗਏ ਹੈਗੇ ਹਾਂ। ਅਸੀਂ ਹੁਣ ਇਹ ਇੱਕ ਚੁਣੇ ਹੋਏ ਲੋਕ ਬਣ ਗਏ ਹੈਗੇ ਹਾਂ। ਔਰ ਉਸ ਵਾਅਦਾ, ਇਹ ਹੀ ਰੱਬ ਦਾ ਇਹ ਵਾਅਦਾ ਸੀਗਾ ਕਿ ਅਸੀਂ ਉਸ ਰੱਬ ਨੇ ਉਹ ਯਿਸੂ ਮਸੀਹ ਨੂੰ ਲੈ ਕੇ ਆਉਣਾ ਤਾਂ ਕਿ ਸਾਰੀ ਦੁਨੀਆ ਦੇ ਲੋਕ ਬਰਕਤ ਪਾਉਣ। ਹਾਂਜੀ, ਫਿਰ ਇੱਕ ਪਹਿਲਾ ਪਤਰਸ, ਟਾਈਮ ਬੜੀ ਜਲਦੀ ਹੋ ਰਿਹਾ, ਆਪਾਂ ਥੋੜ੍ਹੇ ਜਿਹੇ ਮਿੰਟ ਰਹਿ ਗਏ ਆ। ਔਰ ਆਪਾਂ ਦੇਖਦੇ ਹੈਗੇ ਆ ਪਹਿਲਾ ਪਤਰਸ 2 ਦੀ 9 ਦੇ ਵਿੱਚ ਲਿਖਿਆ ਹੈਗਾ। ਪਹਿਲਾ ਪਤਰਸ ਇਹ ਖਾਤਿਆ, ਪਹਿਲਾ ਪਤਰਸ 2 ਦੀ 9 ਦੇ ਵਿੱਚ ਲਿਖਿਆ ਹੈਗਾ, ਪਰ ਤੁਸੀਂ ਚੁਣਿਆ ਵੰਸ਼, ਰਾਜਸੀ ਪੁਰੋਹਿਤਾਂ ਦਾ ਦਲ, ਪਵਿੱਤਰ ਕੌਮ। ਇਹ ਆਪਾਂ ਨੂੰ ਗੱਲ ਕਰ ਰਿਹਾ ਹੈਗਾ ਜਿਹੜੇ ਯਿਸੂ ਮਸੀਹ 'ਤੇ ਵਿਸ਼ਵਾਸ ਰੱਖਦੇ ਹੈ। ਹਾਂਜੀ, ਪਵਿੱਤਰ ਕੌਮ ਅਤੇ ਪਰਮੇਸ਼ਵਰ ਦੇ ਆਪਣੇ ਲੋਕ ਹੋ ਕਿ ਤੁਸੀਂ ਉਸ ਦੇ ਵੱਡੇ ਕੰਮਾਂ ਦਾ ਪ੍ਰਚਾਰ ਕਰੋ। ਹੁਣ ਆਪਣਾ ਕੀ ਕੰਮ ਹੈ? ਉਸ ਦੇ ਵੱਡੇ ਕੰਮਾਂ ਦਾ ਪ੍ਰਚਾਰ ਕਰਨਾ, ਜਿਸ ਨੇ ਤੁਹਾਨੂੰ ਹਨੇਰੇ ਵਿੱਚੋਂ ਆਪਣੇ ਅਦਭੁਤ ਚਾਨਣ ਵਿੱਚ ਸੱਦਿਆ ਹੈ। ਆਪਾਂ ਨੂੰ ਉਸ ਅੰਧੇਰੇ ਵਿੱਚੋਂ ਆਪਣੇ ਉਸ ਅਦਭੁਤ ਚਾਨਣ ਦੇ ਵਿੱਚ ਸੱਦਿਆ ਹੈ। ਫਿਰ ਆਪਾਂ ਇੱਕ ਆਇਤ ਹੋਰ ਪੜ੍ਹ ਕੇ ਆਪਾਂ ਇੱਥੇ ਬਸ ਫਿਨਿਸ਼ ਕਰਦੇ ਹਾਂ ਜੀ। ਆਪਾਂ ਪੜ੍ਹਦੇ ਹਾਂ ਜੀ ਰੋਮੀਆਂ 5 ਦੀ 8 ਦੇ ਵਿੱਚ ਕੁਛ ਕਹਿੰਦਾ ਹੈ। ਰੋਮੀਆਂ 5 ਦੀ 8 ਦੇ ਵਿੱਚ ਦੇਖਦੇ ਹਾਂ ਕੀ ਕਹਿੰਦਾ ਹੈ। ਉਹਦੇ ਵਿੱਚ ਇੱਕ ਹੋਰ ਆਪਾਂ ਨੂੰ ਇੱਕ ਜਿਹੜਾ ਆਪਾਂ ਬਾਰ-ਬਾਰ ਬਚਨ ਸਾਨੂੰ ਦੱਸ ਰਿਹਾ ਹੈਗਾ। ਰੋਮੀਆਂ 5 ਦੀ 8 ਦੇ ਵਿੱਚ ਲਿਖਿਆ ਹੈ, ਪਰ ਪਰਮੇਸ਼ਰ ਨੇ ਆਪਣੇ ਪਵਿੱਤਰ ਪਿਆਰ ਦਾ ਜੋ ਉਹ ਸਾਡੇ ਨਾਲ ਰੱਖਦਾ ਹੈ, ਇਹ ਸਬੂਤ ਦਿੱਤਾ ਕਿ ਜਦੋਂ ਅਸੀਂ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਹੋਏ। ਮਸੀਹ ਦੇ ਖੂਨ ਦੀ ਕੁਰਬਾਨੀ ਦੁਆਰਾ ਹੀ ਸਾਡੇ ਪਰਮੇਸ਼ਰ ਦੇ ਨਾਲ ਉਚਿਤ ਸੰਬੰਧ ਸਥਿਤ ਹੋਇਆ ਹੈ। ਇਸ ਲਈ ਅਸੀਂ ਮਸੀਹ ਦੁਆਰਾ ਹੀ ਅੰਤਮ ਸਜ਼ਾ ਤੋਂ ਵੀ ਜ਼ਰੂਰ ਬਚਾਂਗੇ। ਅਤੇ ਇਹ ਹੈ ਆਪਣਾ ਇੱਕ ਵਾਅਦਾ।
ਯਿਸੂ ਮਸੀਹ ਦੁਆਰਾ ਅਸੀਂ ਬਚਾਏ ਜਾਂਦੇ ਹਾਂ। ਹਾਂਜੀ, ਅਤੇ ਆਪਾਂ ਨੂੰ ਇਹ ਆਪਣਾ ਜੋ ਵਚਨ ਹੈ, ਇਹ ਜੋ ਬਾਰ-ਬਾਰ ਦੱਸਦਾ ਹੈਗਾ। ਫਿਰ ਯਹੋਨਾ 3:16 ਦੇ ਵਿੱਚ ਲਿਖਿਆ ਹੈਗਾ, ਪਰਮੇਸ਼ਵਰ ਨੇ ਜਗਤ ਨਾਲ ਇੰਨਾ ਪਿਆਰ ਕੀਤਾ ਕਿ ਜੋ ਵੀ ਉਸ 'ਤੇ ਯਿਸੂ ਮਸੀਹ ਅਸਲ ਨੇ ਆਪਣਾ ਇਕਲੌਤਾ ਪੁੱਤਰ ਭੇਜ ਦਿੱਤਾ, ਔਰ ਤਾਂ ਕਿ ਜੋ ਵੀ ਉਸ 'ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ। ਔਰ ਇਸੇ ਹੀ ਮਕਸਦ ਦੇ ਨਾਲ ਹੀ ਯਿਸੂ ਮਸੀਹ ਨੂੰ ਇੱਥੇ ਭੇਜਿਆ ਗਿਆ, ਤਾਂ ਕਿ ਜੋ ਵੀ ਉਸ 'ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ। ਔਰ ਇੱਕ ਆਇਤ ਹੋਰ ਪੜ੍ਹ ਦਿੰਦੇ ਹਾਂ ਜੀ, ਪਹਿਲਾ ਯਹੋਨਾ, ਆਇਤਾਂ ਬਹੁਤ ਆ, ਖਤਮ ਕਰਦੇ ਛੇਤੀ। ਪਹਿਲਾ ਯਹੋਨਾ ਇੱਕ ਜਿਹੜਾ ਉਹਦਾ ਲੈਟਰ ਹੈਗਾ, ਪਹਿਲਾ ਯਹੋਨਾ ਪਹਿਲੇ ਦੀ ਉਹ 3 ਆਇਤਾਂ ਹੈਗੀਆਂ। ਸਾਡੇ ਸੰਦੇਸ਼ ਦਾ ਵਿਸ਼ਾ ਜੀਵਨ ਦਾਤਾ ਸ਼ਬਦ ਹੈ, ਅਰਥਾਤ ਉਹ ਜੋ ਆਦਿ ਕਾਲ ਤੋਂ ਸੀ, ਜੋ ਅਸੀਂ ਆਪ ਸੁਣਿਆ, ਆਪਣੀਆਂ ਅੱਖਾਂ ਨਾਲ ਦੇਖਿਆ, ਜਿਸ ਨੇ ਅਸੀਂ ਆਪ ਧਿਆਨ ਦਿੱਤਾ ਅਤੇ ਜਿਸ ਨੂੰ ਆਪਣੇ ਹੱਥਾਂ ਨਾਲ ਅਨੁਭਵ ਕੀਤਾ ਹੈ। ਹਾਂ, ਜਦੋਂ ਇਹ ਵੀ ਜੀਵਨ ਪ੍ਰਗਟ ਕੀਤਾ ਗਿਆ ਤਾਂ ਅਸੀਂ ਉਸ ਨੂੰ ਆਪ ਦੇਖਿਆ। ਇਹ ਯਿਸੂ ਮਸੀਹ ਦੀ ਗੱਲ ਕਰ ਰਿਹਾ ਯਹੋਨਾ। ਇਸੇ ਦੀ ਅਸੀਂ ਗਵਾਹੀ ਵੀ ਦੇ ਰਹੇ ਹਾਂ, ਜਿਸ ਬਾਰੇ ਤੁਹਾਨੂੰ ਵੀ ਸੱਦ ਰਹੇ ਹਾਂ ਕਿ ਉਹ ਅਨੰਤ ਜੀਵਨ ਜੋ ਪਿਤਾ ਦੇ ਕੋਲ ਸੀ, ਸਾਡੇ ਉੱਤੇ ਪ੍ਰਗਟ ਕੀਤਾ ਗਿਆ। ਹਾਂਜੀ, ਫਿਰ ਅਗਲੀ ਆਇਤ ਵਿੱਚ ਕਹਿੰਦਾ ਹੈ, ਇਸ ਲਈ ਜੋ ਕੁਝ ਅਸੀਂ ਦੇਖਿਆ ਅਤੇ ਸੁਣਿਆ ਹੈ ਉਹ ਹੀ ਤੁਹਾਡੇ 'ਤੇ ਪ੍ਰਗਟ ਕਰ ਰਹੇ ਹਾਂ, ਕਿ ਤੁਸੀਂ ਵੀ ਸਾਡੇ ਨਾਲ ਉਸ ਸੰਗਤ ਭਾਗੀ ਹੋਵੋ ਜੋ ਸਾਡਾ ਪਿਤਾ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਨਾਲ ਹੈ। ਔਰ ਇਹੀ ਹੈ ਰਾਸਤਾ, ਇਹੀ ਹੈ ਯਿਸੂ ਮਸੀਹ ਦੇ ਆਉਣ ਦਾ ਮਕਸਦ। ਜੋ ਵੀ ਉਸ 'ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ। ਅੱਜ ਅਗਰ ਤੁਸੀਂ ਵੀ ਨਹੀਂ ਬਚਾਏ ਗਏ, ਇਹ ਮੌਕਾ ਹੈ। ਯਿਸੂ ਮਸੀਹ ਨੇ ਤੁਹਾਡੇ ਵੀ ਪਾਪ ਮਾफ़ ਕੀਤੇ ਹੋਏ ਹਨ। ਅਗਰ ਤੁਸੀਂ ਵਿਸ਼ਵਾਸ ਕਰੋ, ਵਚਨ ਦੇ ਵਿੱਚ ਲਿਖਿਆ ਹੈ, ਅਗਰ ਤੁਸੀਂ ਆਪਣੇ ਪਾਪਾਂ ਦਾ ਇਕਰਾਰ ਕਰੋ ਔਰ ਯਿਸੂ ਮਸੀਹ ਨੂੰ ਆਪਣੇ ਦਿਲ ਵਿੱਚ ਬੁਲਾਓ, ਤੁਸੀਂ ਵੀ ਮੁਕਤੀ ਪਾ ਸਕਦੇ ਹੋ। ਇਹ ਫ੍ਰੀ ਹੈ ਗਿਫਟ, ਆਪਣੇ ਕੰਮਾਂ ਨਾਲ ਨਹੀਂ। ਤੁਸੀਂ ਅੱਜ ਹੀ ਬੋਲ ਸਕਦੇ ਹੋ, ਪਰਮੇਸ਼ਰ ਪਿਤਾ, ਤੁਸੀਂ ਮੇਰੇ ਪਿੱਛੇ ਇਹ ਦੁਆ ਕਰ ਸਕਦੇ, ਅਰਦਾਸ ਕਰ ਸਕਦੇ ਹਾਂ। ਪਰਮੇਸ਼ਰ ਪਿਤਾ, ਮੈਂ ਪਾਪੀ ਇਨਸਾਨ ਹਾਂ, ਮੇਰੇ ਤੋਂ ਪਾਪ ਮੇਰੇ ਮਾफ़ ਕਰ ਦਿਓ। ਯਿਸੂ ਮਸੀਹ, ਮੇਰੇ ਦਿਲ ਵਿੱਚ ਆ ਜਾਓ, ਮੈਂ ਤੁਹਾਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰਦਾ ਹਾਂ। ਤੁਸੀਂ ਮੇਰੇ ਪਾਪਾਂ ਦੀ ਖਾਤਰ ਇਸ ਧਰਤੀ 'ਤੇ ਆਏ ਇਨਸਾਨ ਬਣ ਕੇ, ਔਰ ਤੁਸੀਂ ਸੂਲੀ 'ਤੇ ਆਪਣੀ ਜਾਨ ਦਿੱਤੀ, ਆਪਣਾ ਖੂਨ ਬਹਾਇਆ ਮੇਰੇ ਕਰਕੇ, ਔਰ ਤੁਸੀਂ ਮੇਰੇ ਪਾਪਾਂ ਦੀ ਸਜ਼ਾ ਚੱਕ ਲਈ, ਮਾਰੇ ਗਏ, ਤੀਸਰੇ ਦਿਨ ਜੀ ਉੱਠੇ, ਅੱਜ ਸਵਰਗ ਵਿੱਚ ਬੈਠੇ ਹੋ, ਔਰ ਤੁਸੀਂ ਛੇਤੀ ਆ ਰਹੇ ਹੋ। ਮੇਰੇ ਪਾਪਾਂ ਦੀ ਖਾਤਰ ਤੁਸੀਂ ਇਹ ਸਾਰਾ ਕੁਛ ਕੀਤਾ, ਔਰ ਤੁਸੀਂ ਸਾਰੇ ਮੇਰੇ ਸਰਾਪ ਚੱਕ ਲਏ, ਔਰ ਤੁਸੀਂ ਆਪਣਾ ਸਰੀਰ ਤੋੜਾਇਆ ਮੇਰੀ ਖਾਤਰ, ਤਾਂ ਕਿ ਮੈਂ ਤੰਦਰੁਸਤ ਰਹਿ ਸਕਾਂ। ਔਰ ਅਗਰ ਤੁਸੀਂ ਇਹ ਦੁਆ ਕੀਤੀ ਹੈ, ਤੁਹਾਡੇ ਲਈ ਮੁਕਤੀ ਸੈਲਵੇਸ਼ਨ ਹੈ। ਹੋਰ ਕੋਈ ਰਾਸਤਾ ਨਹੀਂ ਹੈ। ਵਚਨ ਦੇ ਵਿੱਚ ਲਿਖਿਆ, ਸਵਰਗ ਦੇ ਥੱਲੇ ਧਰਤੀ ਦੇ ਉੱਪਰ ਹੋਰ ਕੋਈ ਇਹੋ ਜਿਹਾ ਨਹੀਂ ਇਨਸਾਨ, ਕੋਈ ਨਾਮ ਦਿੱਤਾ ਗਿਆ ਜਿਸ ਦੁਆਰਾ ਇਨਸਾਨ ਮੁਕਤੀ ਸੈਲਵੇਸ਼ਨ ਪਾ ਸਕੇ। ਔਰ ਤੁਸੀਂ ਯਿਸੂ ਮਸੀਹ 'ਤੇ ਪੂਰਾ ਵਿਸ਼ਵਾਸ ਕਰਕੇ ਅੱਜ ਹੀ ਬਚਾਏ ਜਾ ਸਕਦੇ ਹੋ। ਅਗਰ ਤੁਹਾਨੂੰ ਹੋਰ ਜਾਣਕਾਰੀ ਦੀ ਲੋੜ ਹੈ, ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਉਸ ਤੋਂ ਬਾਅਦ ਤੁਸੀਂ ਪਵਿੱਤਰ ਆਤਮਾ ਦੇ ਬਪਤਿਸਮੇ ਦੀ ਮੰਗ ਰੱਖੋ। ਪਰਮੇਸ਼ਰ ਤੁਹਾਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਦੇਵੇਗਾ, ਆਪਣੀ ਸ਼ਾਂਤੀ ਦੇਵੇਗਾ, ਔਰ ਇਹ ਆਪ ਦੇ ਲਈ ਬਰਕਤ ਜੋ ਪਰਮੇਸ਼ਰ ਨੇ ਰੱਖੀ ਹੈ ਉਹ ਮੰਗਦੇ ਹਾਂ। ਔਰ ਇਹ ਸਭ ਕੁਛ ਪਰਮੇਸ਼ਰ ਪਿਤਾ ਆਪ ਦੇ, ਇੱਥੇ ਆਪਾਂ ਫਿਨਿਸ਼ ਕਰਦੇ ਹਾਂ ਜੀ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਆਪ ਦੇ ਵਚਨ ਦੇ ਲਈ, ਜੋ ਵੀ ਪੜ੍ਹਿਆ ਗਿਆ ਪਵਿੱਤਰ ਆਤਮਾ ਦੁਆਰਾ ਸੁਣਿਆ ਗਿਆ, ਸਮਝਿਆ ਗਿਆ, ਉਹ ਸਾਰਾ ਵਚਨ ਯਿਸੂ ਮਸੀਹ ਦੇ ਪਵਿੱਤਰ ਲਹੂ ਨਾਲ ਢੱਕਦੇ ਹਾਂ, ਸੀਲ ਕਰਦੇ ਹਾਂ, ਤਾਂ ਕਿ ਦੁਸ਼ਮਣ ਚੁਰਾ ਨਾ ਸਕੇ। ਜੋ ਵੀ ਉਸ ਨੂੰ ਸੁਣੇ ਉਹ ਬਰਕਤ ਪਾਵੇ। ਔਰ ਇਹ ਸਭ ਕੁਛ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।